ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਦ ਗੁਰ ਏਨਮ ਹੈ, ਜੁਗਾਦ ਗੁਰ ਏਨਮ ਹੈ। ਸਤਿਗੁਰ ਏਨਮ ਹੈ, ਸ੍ਰੀ ਗੁਰੂਦੇਵ ਏਨਮ ਹੈ। ਜੇ ਸੋ ਚੰਦਾ ਯੁਗ ਵਹਿ, ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਨੀ। ਚਿਨ ਚਿਨ ਆਦ ਬਿਹਤ ਹੈ, ਊਟੇ ਘਟ ਜਾਪਾਨੀ। ਜਗ ਰਚਨਾ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ। ਜਾਨ ਲਿਹੋ ਰੇ ਮੀਤੰ, ਕਹਿ ਨਾਨਕ ਥਿਰ ਨਾ ਰਹੈ। ਜਉ ਬਾਲੂ ਕੀ ਪੀਤ, ਰਾਣਾ ਰਾਉ ਨ ਕੋ ਰਹੈ। ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ। ਕੋਈ ਨ ਵੰਦੈ ਧੀਰ, ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ। ਘੱਲੇ ਆਵੈ ਨਾਨਕਾ, ਸਦੀ ਉਠ ਜਾਹੇ। ਘੱਲੇ ਆਵੈ ਨਾਨਕਾ, ਸਦੇ ਉਠੀ ਜਾਏ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਲਯੁਗ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਆਓ ਚਰਨਾਂ ਦੇ ਵਿੱਚ ਜੁੜ ਬੈਠ ਕਰਕੇ
ਉਸ ਨਿਰੰਕਾਰ ਦੇ ਗੁਣਾਂ ਨੂੰ ਗਾਈਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸਤ ਸੰਗਤ ਕਰੀਏ। ਔਰ ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਬਾਰੀ ਹੈ। ਮਹਾਵਾਕ ਦੇ ਅਨੁਸਾਰ ਉਸ ਨਿਰੰਕਾਰ, ਉਹ ਦੀਨ ਦੁਨੀਆ ਦੇ ਮਾਲਕ ਦੀ ਸਾਜੀ ਨਿਵਾਜੀ ਕਾਇਨਾਤ ਦੇ ਅੰਦਰੋਂ ਮਾਤਾ ਸੁਰਜੀਤ ਕੌਰ, ਜੋ ਹੱਸਦੇ ਵਸਦੇ ਇਸ ਪਰਿਵਾਰ ਦੇ ਵਿੱਚੋਂ ਸਦੀਵੀ ਵਿਛੋੜਾ ਦੇ ਗਏ ਨੇ, ਬਖਸ਼ੀ ਹੋਈ ਉਸ ਨਿਰੰਕਾਰ ਦੀ ਜੋ ਸਵਾਸਾਂ ਦੀ ਪੂੰਜੀ ਇਹ ਮਨੁੱਖਾ ਦੇ, ਇਹਨੂੰ ਤਿਆਗਦਿਆਂ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਉਸ ਨਿਰੰਕਾਰ ਦੇ ਚਰਣੀ ਜਾ ਵਿਰਾਜੇ ਹਨ। ਉਸ ਵਿਛੜੀ ਹੋਈ ਰੂਹ ਦੇ ਤਾਈਂ ਅੰਤਿਮ ਅਰਦਾਸ ਦਾ ਜੋ ਸਮਾਂ ਹੈ, ਆਓ ਉਸ ਵਿਛੜੀ ਹੋਈ ਰੂਹ ਦੇ ਲਈ ਉਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਈਏ। ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕਰਕੇ ਉਸ ਨਿਰੰਕਾਰ ਦੀ ਉਸਤਤ ਕਰੀਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸਤ ਸੰਗਤ ਕਰੀਏ। ਬਖਸ਼ੋ ਅਸੀਸ, ਵੱਜ ਵੱਜ ਕੇ ਬੁਲਾਓ ਫਤਿਹ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਸਾਡਾ ਜਿਹੜਾ ਮਨੁੱਖਾ ਜੀਵਨ ਸਾਨੂੰ ਮਿਲਿਆ ਹੈ, ਇਹਦੇ ਬਾਬਤ ਬੇਅੰਤ ਸੋਝੀ ਦੇਣਾ ਕਰਦੇ ਨੇ ਭਾਈ। ਨਾ ਤਾਂ ਇਸ ਮਨੁੱਖਾ ਸਰੀਰ ਦੇ ਉੱਤੇ ਸਾਡਾ ਕੋਈ ਜ਼ੋਰ ਹੈ, ਨਾ ਅਸੀਂ ਇਸ ਮਨੁੱਖਾ ਸਰੀਰ ਦੇ ਸਦਕਾ ਉਸ ਦੀਨ ਦੁਨੀਆ ਦੇ ਮਾਲਕ ਦੇ ਬਰਾਬਰ ਹੋ ਸਕੀਏ, ਜਿਨੇ ਸਭ ਕਾਇਨਾਤ ਤੇ ਮਨੁੱਖਾਂ ਦੇ ਸੁਵਾਸ ਸਭ ਕੁਝ ਸਾਨੂੰ ਬਖਸ਼ੇ ਨੇ। ਔਰ ਦੂਸਰੀ ਬਾਤ, ਇਹ ਜੰਮਣ ਮਰਨ ਇਹ ਸਭ ਕੁਝ ਉਸ ਨਿਰੰਕਾਰ ਦੀ ਇੱਕ ਐਸੀ ਖੇਡ ਹੈ, ਜਿਹਦੇ ਨਾਲ ਅਸੀਂ ਇਸ ਕਾਇਨਾਤ ਦੇ ਅੰਦਰ ਆ ਮਨੁੱਖਾ ਦੇਹੀ ਜਿਹੜੀ ਪ੍ਰਾਪਤ ਕਰੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਵਰੀਆ। ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ, ਇਸ ਨਾਲ ਅਸੀਂ ਉਸ ਗੋਬਿੰਦ ਨੂੰ ਮਿਲਣਾ ਹੈ। ਗੋਬਿੰਦ ਤੋਂ ਭਾਵ ਉਸ ਧਰਤੀ ਦੇ ਰੱਖਿਅਕ, ਦਿਆਲੂ ਕਿਰਪਾਲੂ ਉਸ ਸਤਿਗੁਰੂ ਦੇ ਨਾਲ ਸਾਡਾ ਮਿਲਾਪ ਹੋ ਜਾਣਾ। ਇਸ ਮਨੁੱਖਾ ਜਨਮ ਦੇ ਸਦਕਾ ਅਸੀਂ ਉਸ ਪਰਮਾਤਮਾ ਦੇ ਨਾਲ ਉਹਦੇ ਰੰਗ ਦੇ ਵਿੱਚ ਭੇਦ ਹੋ ਜਾਣਾ। ਪਰ ਇਹ ਮਨੁੱਖਾ ਜਨਮ ਸਾਨੂੰ ਮਿਲਿਆ ਕਿਉਂ? ਕਾਰਨ ਕੀ ਹੈ ਇਹਦਾ? ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਆ, ਸੰਜੋਗ ਵਿਜੋਗ ਦੋਇ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਇਹ ਉਸ ਨਿਰੰਕਾਰ ਦੀ ਇੱਕ ਖੇਡ ਹੈ। ਜਦੋਂ ਤਾਂ ਉਹ ਸੰਜੋਗ ਹੁੰਦਾ ਉਹਦੇ ਨਾਲ, ਉਸ ਸਮੇਂ ਉਸ ਦੀਨ ਦੁਨੀਆ ਦੇ ਮਾਲਕ ਦੇ, ਉਸ ਸਿਰਜਣਹਾਰ, ਉਸ ਰਚਨਹਾਰ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ। ਤੇ ਜਦੋਂ ਬਾਤ ਵਿਜੋਗ ਦੀ ਹੈ, ਵਿਛੋੜੇ ਦੀ ਹੈ, ਤੇ ਉਸ ਵਿਛੋੜੇ ਦੇ ਸਮੇਂ ਦੌਰਾਨ ਸਾਡੀ ਜਿਹੜੀ ਇਹ ਜਨਮਾਂ ਜਨਮਾਂਤਰਾਂ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਇਹ ਸਭ ਆਪੋ ਆਪਣਾ ਲੇਖਾ ਹੈ, ਕਰਮੀ ਆਪੋ ਆਪਣੀ। ਕੇ ਨੇੜਾ
ਕੇ ਦੂਰ। ਇਹ ਕਰਮਾਂ ਦੀ ਇੱਕ ਖੇਡ ਹੈ ਜਿਹਦੇ ਨਾਲ ਅਸੀਂ ਉਸ ਨਿਰੰਕਾਰ ਦੇ ਪ੍ਰੇਮ ਦੇ ਵਿੱਚ ਵੀ ਹਾਂ ਤੇ ਪ੍ਰੇਮ ਤੋਂ ਦੂਰ ਵੀ ਹਾਂ। ਪਰ ਇਹਦਾ ਕਾਰਨ ਸਾਡਾ ਆਪਣਾ ਹੈ। ਉਹ ਦੀਨ ਦੁਨੀਆ ਦਾ ਮਾਲਕ, ਉਹ ਸੱਚਾ ਸਿਰਜਣਹਾਰ ਬੇਅੰਤ ਸੋਝੀ ਦੇਣਾ ਕਰਦਾ ਹੈ ਕਿ ਅਸੀਂ ਉਹਦੀ ਜਿਹੜੀ ਇਹ ਅਟਲ ਸੱਚਾਈ ਹੈ, ਮੌਤ ਹੈ, ਤੋਂ ਭੱਜ ਨਹੀਂ ਸਕਦੇ। ਔਰ ਉਸ ਅਟਲ ਸੱਚਾਈ ਦੇ ਦੌਰਾਨ ਮਾਤਾ ਸੁਰਜੀਤ ਕੌਰ ਜੋ ਸਾਡੇ ਵਿੱਚ ਨਹੀਂ ਰਹੇ, ਸਤਿਗੁਰੂ ਜੀ ਇੱਕ ਬਾਤ ਸਮਝਾਉਣਾ ਕਰਦੇ ਨੇ ਕਿ ਭਾਈ ਉਹ ਨਿਰੰਕਾਰ ਦੀ ਜਿਹੜੀ ਖੇਡ ਹੈ ਨਾ, ਜੋ ਆਇਆ ਉਹਨੇ ਚਲਿਆ ਜਾਣਾ, ਜੋ ਉਪਜਿਓ ਸੋ ਬਿਨਸ ਹੈ। ਪਰ ਉਹ ਅੱਜ ਕੇ ਕਾਲ, ਜਿਹੜਾ ਕੁਝ ਵੀ ਇਸ ਧਰਤੀ ਤੇ ਪੈਦਾ ਹੋਇਆ ਹੈ, ਸਭ ਉਸ ਦੀਨ ਦੁਨੀਆ ਦੇ ਮਾਲਕ ਦੀ ਰਚਨਾ ਹੈ। ਪਰ ਇਹਦੇ ਵਿੱਚ ਇਹ ਵੇਖਣਾ ਵੀ ਸਾਡਾ ਪ੍ਰੇਮ ਉਸ ਨਿਰੰਕਾਰ ਦੇ ਨਾਲ ਹੈ ਜਾਂ ਅਸੀਂ ਆ ਦੁਨਿਆਵੀ ਰੰਗ ਮਾਣਦੇ ਹਾਂ। ਦੁਨਿਆਵੀ ਰੰਗ ਹੈ ਸਾਡਾ, ਦੁਨਿਆਵੀ ਪ੍ਰੇਮ ਹੈ। ਜਗ ਰਚਨਾ ਸਭ ਝੂਠ ਹੈ, ਜਾन लेहो रे मीत। तो इस बात तो जानू हो जा कि इस कायनात दे अंदर जो भी आया है वो आकर के सदा नहीं रहा। जो भी इस कायनात दे अंदर पैदा होया है ਉਹਦਾ नाश होया है। पर इत्थे रहा कौन? जिन्हां ने उस निरंकार दे नाल प्रेम करिया। रहा कौन है? जिन्हें ਉਹਦੇ नाम सुन भजन बंदगी दे रंग नूं माणिया। आ दुनियावी पदार्थां दा लगाओ, ये दुनियावी जिहड़ा रंग असी माणदे आ ना, ये सब उस निरंकार की ऐसी खेड है जिहदे विचों असी बाहर निकलण दा एक उद्यम करना, जिन्हों असी जिंदगी जीवन कह लईए। असी आपदा जीवन जिहड़ा जिउणा। पढ़िया ना, भई प्राप्त मानुख देहुरिया, गोविंद मिलन की तेरी वरिया। और सतगुरु जी लिखते ने, अवर काज तेरे किते ना काम, साध संगत भज केवल नाम। तू साधु जना की संगत दे नाल मिलना कर। हाँ, दुनियावी कर्म असी करते हैं, दुनियावी कर्म असी कमाउणा है, पर नाल इस दुनियावी कर्म नूं कमाउण वाले नूं असी चेते रखना है, जिहड़ा सानू पैदा करदा, सानू रिजक दिंदा, सब कुछ उन्हें दातां दित्तियां ने। असी उस निरंकार दे नाल प्रेम करना है। ਉਹ सच्चे सिरजनहार की खेड नूं समझिए, जानिए कि इस कायनात दे विच जो भी आया उन्हें एक दिन चलिया जाना है, ते पक्का कोई रहन वाला नहीं। बस पक्का रहना है, नाम रहियो, साधु रहियो, रहियो गुर गोबिंद। तो दीन दुनिया का मालक, वो सिरजनहार, वो स्थिर है सदा। वो आप इस कायनात के अंदर वरतदा है। और जानिए, जिहड़ा भी इस कायनात के अंदर उस निरंकार दे नाल प्रेम करदा है ते सतगुरु जी उहनूं अपना बना लैंदे ने। ਉਹਦਾ जमन मरण दुख ਉਹਦਾ कट ਦਿੰਦੇ ਨੇ। और जानिए ऐसे प्रेम की एक खेड। और दूसरा रब क्या है? मां नूं दूजा दर्जा दिता रब दा, उस परमात्मा का दूसरा दर्जा।
और जानिए वो निरंकार ऐसा है कि ਜਿਹੜਾ ਸਾਨੂੰ ਮੱਤ ਦਿੰਦਾ ਹੈ, ਪਰ ਅਸੀਂ ਮੱਤ ਤੋਂ ਕਈ ਵਾਰ ਬੇਮੱਤ ਹੋ ਜਾਂਦੇ ਹਾਂ। ਅਸੀਂ ਮਾਂ ਬਾਪ ਨੂੰ ਸੰਭਾਲਣ ਤੋਂ ਖੁੰਝ ਜਾਂਦੇ ਹਾਂ। ਕਈ ਵਾਰ ਅਸੀਂ ਮਾਂ ਬਾਪ ਦੀ ਸੇਵਾ ਕਰਦੇ ਹਾਂ, ਪਰ ਮਨ ਦੇ ਵਿੱਚ ਅਹੰਕਾਰ ਸਾਡਾ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਭਾਈ ਸੋ ਕਿਉ ਮੰਦਾ ਆਖੀਐ, ਜਿਤ ਜਮ ਹੈ ਰਾਜਾਨ। ਜਿਹੜੇ ਰਾਜ ਕਰਨ ਵਾਲੇ ਹੈ ਨਾ, ਰਾਜ ਕਰਨ ਵਾਲੇ ਜਿਨ੍ਹਾਂ ਨੇ ਰਾਜ ਕਰਿਆ, ਵੱਡੇ ਵੱਡੇ ਹੁਕਮ ਚਲਾਉਣ ਵਾਲੇ, ਜਿਨ੍ਹਾਂ ਦੇ ਥੱਲੇ ਕਿੰਨੇ ਹੀ ਜਿਹੜੇ ਨੇ ਸੇਵਾਦਾਰ ਸਿਪਾਹੀ ਜਿਹੜੇ ਆ ਉਹ ਕੰਮ ਕਰਦੇ ਨੇ, ਉਹਨਾਂ ਨੂੰ ਜਨਮ ਦੇਣ ਵਾਲੀ ਵੀ ਇੱਕ ਮਾਤਾ ਹੈ। ਔਰ ਜਾਣੀਏ ਉਸ ਮਾਤਾ ਦਾ ਸਤਿਕਾਰ ਕਰਨਾ, ਉਸ ਮਾਤਾ ਦੇ ਨਾਲ ਪ੍ਰੇਮ ਕਰਨਾ। ਔਰ ਮਾਤਾ ਦਾ ਫਰਜ਼ ਹੈ ਕਿ ਮਾਤਾ ਨੂੰ ਸਪੈਸ਼ਲ ਕੋਈ ਭਜਨ ਬੰਦਗੀ ਕਰਨ ਦੀ ਜ਼ਰੂਰਤ ਨਹੀਂ। ਉਹਦਾ ਕਰਮ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਦੇਣੀ, ਚੰਗੀ ਪਰਵਰਿਸ਼ ਕਰ ਦੇਣੀ। ਉਸ ਪਰਵਰਿਸ਼ ਦੇ ਸਦਕਾ ਉਹਦਾ ਵੀ ਇਸ ਜੱਗ ਦੇ ਵਿੱਚ ਆਉਣਾ ਸਫਲ ਹੈ, ਜੇ ਉਹਦੇ ਬੱਚੇ ਚੰਗੀ ਸਿੱਖਿਆ ਦੇ ਨਾਲ ਚੰਗਾ ਕਰਮ ਕਮਾਉਂਦੇ ਆ। ਉਸ ਨਿਰੰਕਾਰ ਦੀ ਇੱਕ ਖੇਡ ਹੈ, ਜਿੱਦਾਂ ਦਾ ਅਸੀਂ ਕਰਮ ਕਮਾਉਂਦੇ ਹਾਂ ਸਾਨੂੰ ਉਵੇਂ ਦਾ ਫਲ ਮਿਲ ਜਾਂਦਾ ਹੈ। ਜਿੱਦਾਂ ਦਾ ਅਸੀਂ ਕੰਮ ਕਰਦੇ ਹਾਂ ਸਾਨੂੰ ਉੱਦਾਂ ਦਾ ਫਲ ਮਿਲ ਜਾਂਦਾ ਹੈ। ਮਾੜੇ ਕੰਮ ਕਰਾਂਗੇ ਤਾਂ ਫਰੀਦ ਜੀ ਦੱਸਦੇ ਨੇ, ਫਰੀਦਾ ਜਿੰਨੀ ਕਮੀ ਨਾਹੀਂ ਗੁਣ। ਜਿਹੜੇ ਕਰਮ ਨੂੰ ਕਰਕੇ ਤੈਨੂੰ ਵੀ ਮਾੜਾ ਕਿਹਾ ਜਾਣਾ, ਤੂੰ ਆਪਣੇ ਪਰਿਵਾਰ ਨੂੰ ਵੱਡ ਵਡੇਰਿਆਂ ਨੂੰ ਵੀ ਮਾੜਾ ਕਹਾਉਣਾ, ਉਹ ਕਰਮ ਕਰਨ ਤੋਂ ਗੁਰੇਜ਼ ਕਰ ਫਰੀਦਾ। ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ। ਤੂੰ ਉਹਨੂੰ ਕਰਮ ਨੂੰ ਕਮਾਈ ਨਾ, ਉਸ ਕਰਮ ਨੂੰ ਛੱਡ ਦੇ। ਔਰ ਦੱਸਦੇ ਨੇ, ਮਤ ਸਰਵਿੰਦਾ ਥੀ ਵਹੀ ਸਾਈ ਦੈ ਦਰਬਾਰ। ਜੇ ਤੈਨੂੰ ਇਸ ਮਾਤਲੋਕ ਦੇ ਵਿੱਚ ਇਦਾਂ ਦਾ ਕਰਮ ਕਮਾ ਰਿਹਾ ਔਰ ਪਰਲੋਕ ਦੇ ਵਿੱਚ ਤੈਨੂੰ ਢੋਈ ਨਹੀਂ ਮਿਲਦੀ, ਉਹਦੇ ਦਰ ਤੇ ਤੇਰੀ ਵਡਿਆਈ ਨਹੀਂ ਹੁੰਦੀ, ਨਰਕਾਂ ਦੀ ਖੇਡ ਤੈਨੂੰ ਮਿਲਦੀ ਹੈ, ਫਿਰ ਤੇਰਾ ਉਹ ਕੀਤਾ ਹੋਇਆ ਕਰਮ ਜਿਹੜਾ ਉਹ ਕਿਸੇ ਪਾਸੇ ਨਹੀਂ ਲੱਗਦਾ। ਮਾਂ ਬਾਪ ਦੀ ਸਿੱਖਿਆ ਦੀ ਬਾਤ ਕਰਦੇ ਆ ਤਾਂ ਇੱਕ ਮਾਂ ਜਿਹਦੇ 5 ਪੁੱਤਰ ਨੇ, 5, ਔਰ ਕਰਮ ਕੀ ਕਰਦੇ ਨੇ, ਮਾਂ ਦੀ ਸਿੱਖਿਆ ਕੀ ਹੈ ਉਹਨਾਂ ਨੂੰ, ਉਹਨਾਂ ਦਾ ਜੱਦੀ ਪੁਸ਼ਤੀ ਕੰਮ ਹੈ ਚੋਰੀ ਕਰਨ ਦਾ। ਉਹ ਚੋਰੀ ਕਰਦੇ ਨੇ, ਉਹਨਾਂ ਦਾ ਜਿਹੜਾ ਕਰਮ ਉਹ ਚੋਰੀ ਕਰਨ ਦਾ ਹੈ। ਮਾਂ ਦੀ ਉਮਰ ਥੋੜੀ ਵਡੇਰੀ ਹੋ ਗਈ ਚੋਰੀ ਕਰਦਿਆਂ ਨਾਲ, ਔਰ ਉਸ ਵਡੇਰੀ ਉਮਰ ਦਾ ਵੀ ਉਹ ਲਾਹਾ ਲੈਂਦੀ। ਉਹ ਧਿਆਨ ਰੱਖਦੀ, ਨਗਰ ਦੇ ਵਿੱਚ ਕੋਈ ਨਵਾਂ ਵਿਆਹ ਹੁੰਦਾ, ਉਸ ਵਿਆਹ ਵਾਲੇ ਘਰੇ ਜਾਂਦੀ, ਇੱਕ ਪਾਸੇ ਜੇ ਮੀਸਣੀ ਜੀ ਹੋ ਕਰਕੇ ਬਹਿ ਜਾਂਦੀ। ਧਿਆਨ ਰੱਖਦੀ ਕਿ ਇਹਨਾਂ ਦੇ ਘਰੇ ਚੋਰੀ ਕਰਨੀ, ਔਰ ਕਰਨੀ ਕਿਵੇਂ ਹੈ, ਉਹਦਾ ਬਹੁਤਾ ਧਿਆਨ ਰਹਿੰਦਾ। ਨਵੀਂ ਨਵੇਲੀ ਜਿਹੜੀ ਲੜਕੀ ਵਿਆਹ ਕੇ ਆਉਂਦੀ, ਜਿਹਨੂੰ ਵਹੁਟੀ ਕਹਿ ਲਈਏ, ਉਸ ਘਰ ਦੀ ਨੂੰਹ ਕਹਿ ਲਈਏ, ਉਹਦਾ ਧਿਆਨ ਉਹਦੇ 'ਤੇ ਰਹਿੰਦਾ। ਔਰ ਉਹ ਕਰਦੀ ਕੀ, ਧਿਆਨ ਰੱਖਦੀ, ਜਦੋਂ ਉਹ ਨੂੰਹ ਨੇ ਆਪਦੇ ਜਿਹੜੇ ਗਹਿਣੇ ਗੱਟੇ ਪਾਏ ਹੁੰਦੇ ਵਿਆਹ ਸ਼ਾਦੀ ਦੇ ਵਿੱਚ, ਉਹ ਲਾਉਂਦੀ ਰੱਖਦੀ, ਉਸ ਸੰਦੂਕੜੀ ਦਾ ਧਿਆਨ ਰੱਖਦੀ, ਔਰ ਨਾਲ ਰੱਖਦੀ ਉਹ ਹਿੰਗ। ਔਰ ਜਿਸ ਸੰਦੂਕੜੀ ਦੇ ਉੱਤੇ
ਨਵੀਂ ਨਵੇਲੀ ਦੁਲਹਨ ਨੇ ਜਿਹੜੇ ਹੈ ਨਾ, ਵਹੁਟੀ ਨੇ ਲਾ ਕਰਕੇ ਗਹਿਣੇ ਰੱਖਿਆ, ਉਹਨੂੰ ਜਿੰਦਰਾ ਲੱਗਿਆ ਹੁੰਦਾ, ਉਸ ਜਿੰਦਰੇ ਦੇ ਉਸ ਸੰਦੂਕੜੇ ਦੇ ਤੋਂ ਹਿੰਗ ਲਾ ਜਾਂਦੀ ਔਰ ਜਾ ਕਰਕੇ ਆਪਦੇ ਘਰੇ ਆਪਦੇ ਪੁੱਤਰਾਂ ਨੂੰ ਦੱਸਦੀ। ਔਰ ਪੁੱਤਰ ਜਿਹੜੇ ਹੈ ਉਹ ਚੋਰੀ ਕਰਨ ਵਾਸਤੇ ਜਾਂਦੇ, ਜਿਸ ਘਰੋਂ ਹਿੰਗ ਦੀ ਜਿਹੜੀ ਆ ਉਹਨਾਂ ਨੂੰ ਮਹਿਕ ਆ ਜਾਂਦੀ, ਉਹ ਉਸ ਘਰੇ ਚਲੇ ਜਾਂਦੇ, ਜਾ ਕਰਕੇ ਚੋਰੀ ਕਰਦੇ, ਪਾੜ ਲੈ ਲੈਂਦੇ। ਹੁਣ ਮਾਂ ਪੁੱਤਰ ਹੁਣ ਜਿੱਦਾਂ ਦੀ ਸਿੱਖਿਆ ਉੱਦਾਂ ਦਾ ਕਰਮ ਕਰਦੇ ਰਹੇ, ਚੋਰੀ ਕਰਿਆ ਕਰਨ ਬੜਾ ਵੇਲਾ ਇਸ ਤਰ੍ਹਾਂ ਲੰਘਦਾ ਗਿਆ। ਤੇ ਮਾਂ ਇੱਕ ਦਿਨ ਬੈਠੀ ਵਿਚਾਰ ਕਰਦੀ ਹੈ ਕਿ ਮੇਰਾ ਬੁਢਾਪਾ ਜਿਹੜਾ ਹੁਣ ਬਿਲਕੁਲ ਨੇੜੇ ਹੈ, ਮੇਰਾ ਕਿਸੇ ਨੇ 12ਵਾਂ 13ਵਾਂ ਨਹੀਂ ਕਰਨਾ, ਕਿਉਂਕਿ ਜਿੱਦਾਂ ਦੀ ਮੈਂ ਇਹਨਾਂ ਨੂੰ ਸਿੱਖਿਆ ਦਿੱਤੀ ਹੈ, ਇਹ ਮੇਰੇ ਮਰੇ ਤੋਂ ਮੈਨੂੰ ਸੰਭਾਲਣਾ ਵੀ ਨਹੀਂ, ਮੇਰੇ ਜਿਹੜਾ ਨਾ ਬੁਢਾਪਾ ਆਇਆ ਸੰਭਾਲਣਾ ਨਹੀਂ, 12ਵਾਂ 13ਵਾਂ ਇਹਨਾਂ ਨੇ ਕਰਨਾ ਨਹੀਂ। ਤੇ ਹੁਣ ਮਾਂ ਸੀ, ਸਾਰੀ ਉਮਰ ਲੰਘ ਗਈ ਚੋਰੀਆਂ ਕਰਦਿਆਂ, ਸਾਰੀ ਉਮਰ ਲੰਘ ਗਈ ਚਲਾਕੀਆਂ ਦੇ ਨਾਲ ਕਰਮ ਕਰਦਿਆਂ, ਤੇ ਬੈਠੀ ਮਨ ਦੇ ਵਿੱਚ ਸੋਚਦੀ ਹੈ ਕਿਉਂ ਨਾ ਮੈਂ ਆਪਣੇ ਪੁੱਤਰਾਂ ਦੇ ਨਾਲ ਵੀ ਇੱਕ ਐਸਾ ਖੇਲ ਖੇਲਾਂ, ਨਾਲੇ ਤਾਂ ਇਹ ਮੇਰੇ ਬੁਢਾਪੇ ਦੀ ਸੰਭਾਲ ਕਰ ਲੈਣਗੇ, ਨਾਲੇ ਮੇਰਾ 12ਵਾਂ 13ਵਾਂ ਵੀ ਕਰ ਦੇਣਗੇ। ਔਰ ਮਾਂ ਨੇ ਸਾਰਿਆਂ ਨੂੰ ਬੁਲਾਇਆ, ਬੁਲਾ ਕਰਕੇ ਕਹਿਣ ਲੱਗੀ ਕਿ ਆਹ ਸੰਦੂਕੜੇ ਦੇ ਵਿੱਚ ਮੇਰੀ ਸਾਰੀ ਉਮਰ ਦੀ ਕਮਾਈ ਪਈ ਹੈ, ਇਹਨੂੰ ਮੈਂ ਜਿੰਦਰਾ ਦਿੱਤਾ ਮਾਰ, ਹੁਣ ਜਿਹੜਾ ਮੇਰੀ ਸੇਵਾ ਕਰੂ ਇਹ ਉਹਨੂੰ ਮਿਲਣਾ। ਤੇ ਹੁਣ ਇੱਕ ਪੁੱਤਰ ਨਹੀਂ, ਪੁੱਤਰ 5 ਨੇ, ਇੱਕ ਦੂਜੇ ਦੇ ਮੂਹਰੇ ਹੋ ਆਏ ਕਿ ਅਸੀਂ ਮਾਤਾ ਤੇਰੀ ਸੰਭਾਲ ਕਰਾਂਗੇ, ਤੇਰੀ ਸੇਵਾ ਕਰਾਂਗੇ, ਇਹ ਧਨ ਦੌਲਤ ਤੂੰ ਸਾਨੂੰ ਦੇਣਾ, ਉਹ ਕਵੇ ਮੈਨੂੰ ਦੇਣਾ, ਕਰਦੇ ਪੰਜੇ। ਔਰ ਮਾਤਾ ਨੇ ਫਿਰ ਇੱਕ ਜਿਹੜੇ ਆ ਖੇਲ ਉਹ ਆਪਣੇ ਪੁੱਤਰਾਂ ਦੇ ਨਾਲ ਖੇਡਿਆ, ਕਹਿਣ ਲੱਗੀ ਜਿਹੜਾ ਮੇਰਾ 12ਵਾਂ 13ਵਾਂ ਕਰੇਗਾ ਤੇ ਮੈਂ ਕਾਜੀ ਨੂੰ ਸੱਦ ਕੇ ਹੁਣੇ ਲਿਖਾ ਦਿੰਨੀ ਆ, ਉਹ ਮਾਲਕ ਬਣੂ, ਉਹਦੇ ਨਾਮ ਹੋਵੇ ਧਨ ਦੌਲਤ। ਪੰਜੇ ਪੁੱਤਰ ਫੇਰ ਤਿਆਰ ਹੋਏ, ਪਹਿਲੇ ਨੇ ਕਿਹਾ, ਦੂਜੇ ਨੇ ਕਿਹਾ, ਪੰਜੇ ਜਣੇ ਕਹਿੰਦੇ ਅਸੀਂ ਤੇਰਾ 13ਵਾਂ 12ਵਾਂ ਜਿਹੜਾ ਉਹ ਕਰਦੇ ਆ। ਤੇ ਅੱਜ ਅਸੀਂ ਨਾ 3 'ਚ ਨਾ 13 'ਚ, ਅਸੀਂ ਅੱਜ ਨਾ 3 'ਚ ਨਾ 13 'ਚ। ਜਦੋਂ ਕੋਈ ਚੜ੍ਹਾਈ ਕਰ ਜਾਂਦਾ, ਬਹੁਤੇ ਤਾਂ ਐਸੇ ਨੇ 1 ਘੰਟੇ ਦੇ ਵਿੱਚ ਆਖਣਗੇ ਬਾਬਾ ਜੀ ਸੁਖਮਨੀ ਸਾਹਿਬ ਦਾ ਭੋਗ ਪਾ ਦਿਓ ਬਸ, ਤੇ ਸਾਡਾ ਇਹ ਬਾਪੂ ਹੈ, ਮਾਈ ਹੈ, ਭਾਈ ਹੈ, ਜੋ ਵੀ ਜੀਵ ਹੈ, ਬਸ ਇਹਦਾ ਨਵੇੜੋ ਪਰੇ, ਸਾਡੇ ਕੋਲੇ ਟਾਈਮ ਨਹੀਂ। ਇਹ ਚੱਲਦਾ ਵੀ ਹੈ, ਸ਼ਹਿਰਾਂ ਦੇ ਵਿੱਚ ਚੱਲਦਾ, ਬਹੁਤ ਜਗ੍ਹਾ ਐਸੇ ਹੈ ਨਾ ਅਸੀਂ 3 'ਚ 3 ਦਿਨਾਂ ਦਾ ਹੁੰਦਾ ਸ੍ਰੀ ਅਖੰਡ ਪਾਠ ਸਾਹਿਬ, ਸਾਨੂੰ ਬਹੁਤੀ ਕਾਹਲ ਹੈ ਨਾ, ਤੇ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਲੈਂਦੇ ਹਾਂ ਕਿ 3 ਦਿਨਾਂ 'ਚ ਭੋਗ ਪੈ ਜਾਣਾ, ਨਹੀਂ ਤਾਂ 13 ਦਿਨਾਂ ਦੇ ਵਿੱਚ ਅਸੀਂ 13 ਤੋਂ ਵੀ ਗਏ। ਸਿੱਖ ਜਿਹੜਾ ਗੁਰੂ ਘਰ ਦਾ ਸਿੱਖ ਹੈ, ਉਸ ਨਿਰੰਕਾਰ ਦਾ ਸਿੱਖ ਹੈ, ਉਹਦਾ 10ਵਾਂ ਕੀਤਾ ਜਾਂਦਾ, ਅਸੀਂ 10ਵਾਂ ਵੀ ਨਹੀਂ ਕਰਦੇ। ਅਸੀਂ ਦਿਨ ਦੇਖਦੇ ਹਾਂ, ਉਹ ਦਿਨ ਦੇ ਮੁਤਾਬਕ ਭੋਗ ਪਾਉਂਦੇ ਹਾਂ, ਕਦੇ 7 ਦਿਨ, ਕਦੇ 6 ਦਿਨ, ਕਦੇ 8 ਦਿਨ, ਨਾ ਅਸੀਂ 3 'ਚ ਨਾ 13 'ਚ, ਅਸੀਂ ਗੁਆਚ ਗਏ। ਔਰ ਮਾਂ ਨੇ ਕਿਹਾ ਜਿਹੜਾ ਮੇਰਾ 12ਵਾਂ 13ਵਾਂ ਕਰੇਗਾ, ਮੈਂ ਉਹਦੇ ਨਾਂ ਧਨ ਦੌਲਤ ਕਰਵਾ ਦੇਵਾਂਗੀ। ਕਾਜੀ ਨੂੰ ਸੱਦ ਕੇ ਉਹ ਲਿਖਤ ਕਰ ਦਿੱਤੀ। ਔਰ 5 ਪੁੱਤਰਾਂ ਨੇ ਕਿਹਾ ਮਾਂ ਅਸੀਂ ਤੈਨੂੰ ਸੰਭਾਲਾਂਗੇ, ਤੇਰੀ ਜਿਹੜੀ ਆ ਕਦਰ ਅਸੀਂ ਕਰਾਂਗੇ। ਤੇ ਕਾਜੀ ਕੋਲੇ ਲਿਖਵਾ ਦਿੱਤਾ ਗਿਆ ਕਿ ਜਦੋਂ ਮੈਂ ਮਰਾਂ, ਮੇਰੀ ਧਨ ਦੌਲਤ ਇਹਨਾਂ 5 ਦੇ ਵਿੱਚ ਇੱਕੋ ਜੀ ਕਰਕੇ ਵੰਡਦੀ। ਹੁਣ ਧਨ ਦੌਲਤ ਜਿਹੜੀ ਹੈ ਉਹਦੇ ਲਾਲਚ ਵਸ ਕਰਕੇ ਪੁੱਤਰ ਵੀ ਜਿਹੜੇ ਆ ਮਾਂ ਦੀ ਸੇਵਾ ਕਰਦੇ ਆ। ਸਮਾਂ ਬੀਤਦਾ ਗਿਆ, ਮਾਂ ਚੜ੍ਹਾਈ ਕਰ ਗਈ। ਮੌਕਾ ਜਾ ਵੇਖ ਕੇ 5 ਪੁੱਤਰਾਂ ਨੇ ਇਕੱਠੇ ਹੋ ਕਰਕੇ ਕਾਜੀ ਨੂੰ ਸੱਦਿਆ। ਸੱਦ ਕੇ ਕਿਹਾ ਕਿ ਜਿਹੜਾ ਸਾਡੀ ਮਾਂ ਦਾ ਧਨ ਦੌਲਤ ਹੈ, ਤੂੰ ਇਸ ਸੰਦੂਕ ਨੂੰ ਖੋਲ ਔਰ ਇਸ ਸੰਦੂਕ ਨੂੰ ਖੋਲ ਕੇ ਸਾਡੇ 5 ਦੇ ਵਿੱਚ ਇੱਕੋ ਜਿਹਾ ਵੰਡ ਦੇ।
ਹੁਣ ਪੰਜਾਂ ਦੇ ਵਿੱਚ ਬੰਨਣ ਵਾਸਤੇ ਕਾਜੀ ਵੀ ਆ ਗਿਆ, ਸੰਦੂਕ ਖੋਲ੍ਹਿਆ ਗਿਆ। ਔਰ ਜਦੋਂ ਸੰਦੂਕ ਖੁੱਲਿਆ, ਵਿੱਚੋਂ ਕੀ ਨਿਕਲਿਆ? ਟੁੱਟੇ ਹੋਏ ਛਿੱਤਰ ਨਿਕਲੇ। ਟੁੱਟੇ ਹੋਏ ਛਿੱਤਰ ਨਿਕਲੇ। ਹੁਣ ਮਾਂ ਨੇ ਜੇਕਰ ਲੋਕਾਂ ਦੇ ਨਾਲ ਵੀ ਉਹਨੇ ਧੋਖਾ ਕਰਿਆ ਸੀ, ਧਨ ਦੌਲਤ ਲੁੱਟਿਆ ਸੀ, ਤੇ ਬਖਸ਼ੇ ਆਪਣੇ ਪੁੱਤਰ ਵੀ ਨਹੀਂ। ਔਰ ਦੂਸਰੀ ਗੱਲ, ਪੁੱਤਰਾਂ ਨੂੰ ਜਿੱਦਾਂ ਦੀ ਸਿੱਖਿਆ ਮਿਲੀ, ਸੰਭਾਲਿਆ ਉਹਨਾਂ ਨੇ ਵੀ ਨਹੀਂ ਆਪਣੇ ਆਪ ਨੂੰ। ਔਰ ਜਦੋਂ ਸੰਦੂਕ ਖੁੱਲਿਆ, ਕਿਉਂਕਿ ਇਕੱਠ ਸੀ, ਲੋਕਾਂ ਨੇ ਵੇਖਿਆ ਵੀ ਪਤਾ ਨਹੀਂ ਮਾਂ ਕੀ ਧਨ ਦੌਲਤ ਦੇ ਕੇ ਗਈ ਹੈ। ਤੇ ਜਦੋਂ ਛਿੱਤਰ ਨਿਕਲੇ ਸੰਦੂਕ ਦੇ ਵਿੱਚੋਂ, ਤੇ ਉਹ ਵੀ ਸ਼ਰਮਿੰਦਾ ਹੋਏ ਕਿ ਅਸੀਂ ਧਨ ਦੌਲਤ ਵਸ ਹੋ ਕਰਕੇ ਅਸੀਂ ਕਿੱਦਾਂ ਦਾ ਕਰਮ ਕਰਦੇ ਹਾਂ, ਚੋਰੀ ਚਕਾਰੀ ਦਾ ਕੰਮ ਕਰਦੇ ਸੀ। ਤਾਂ ਹੀ ਫਰੀਦ ਜੀ ਵੀ ਲਿਖਦੇ ਨੇ, ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸਰਵਿੰਦਾ ਥੀਵਹੀ, ਸਾਈ ਦਾ ਦਰਬਾਰ। ਤੂੰ ਇਦਾਂ ਦੇ ਕੰਮ ਨਾ ਕਰ, ਲਾਲਚ ਬਸ ਹੋ ਕਰਕੇ ਠੱਗੀਆਂ ਟੋਰੀਆਂ ਕਰ ਲੈਣੀਆਂ, ਕਿਸੇ ਨਾਲ ਧੋਖਾ ਕਰ ਦੇਣਾ। ਨਹੀਂ, ਸਾਨੂੰ ਪਤਾ ਅਸੀਂ ਕਿੱਦਾਂ ਦਾ ਕਰਮ ਕਰ ਰਹੇ ਹਾਂ, ਅਸੀਂ ਚੰਗਾ ਕਰ ਰਹੇ ਹਾਂ, ਮਾੜਾ ਕਰ ਰਹੇ ਹਾਂ। ਔਰ ਸਾਡੇ ਇਸ ਕੀਤੇ ਹੋਏ ਕਰਮ ਦਾ ਸਾਨੂੰ ਲੇਖਾ ਜੋਖਾ ਜਿਹੜਾ ਹੈ ਉਹ ਇੱਕ ਦਿਨ ਦੇਣਾ ਪੈਣਾ। ਇਹ ਜਿਹੜਾ ਸਰੀਰ ਹੈ ਨਾ, ਇਹ ਸਰੀਰ ਸਾਡਾ ਆਪਣਾ ਨਹੀਂ ਜਿਹਦੇ ਤੇ ਅਸੀਂ ਅਹੰਕਾਰ ਕਰਦੇ ਹਾਂ। ਇਹਦੇ ਤੇ ਸਾਡਾ ਕੋਈ ਜ਼ੋਰ ਨਹੀਂ ਹੈ। ਜਿੱਦਾਂ ਦਾ ਉਹ ਬਣਾਉਂਦਾ, ਬਹੁਤੇ ਦੇਖਦੇ ਆ ਨਾ ਸਾਡੇ ਆਸੇ ਪਾਸੇ ਕੋਈ ਬੋਲ ਵੀ ਨਹੀਂ ਸਕਦਾ, ਬਹੁਤੇ ਗੂੰਗੇ ਹੈ। ਉਹ ਜਿੱਦਾਂ ਦਾ ਰੰਗ ਬਖਸ਼ਦਾ। ਗੁਰਬਾਣੀ ਅੰਦਰ ਜਪਜੀ ਸਾਹਿਬ ਅੰਦਰ ਪੜ੍ਹਦੇ ਆ ਨਾ, ਆਖਣ ਜੋਰ ਚੁੱਪੈ ਨਾ ਹੈ ਜੋਰ। ਸਾਡੇ ਵਿੱਚ ਇਹ ਜ਼ੋਰ ਵੀ ਨਹੀਂ ਕਿ ਅਸੀਂ ਚੁੱਪ ਕਰਕੇ ਬੈਠ ਜਾਈਏ, ਮੌਨ ਧਾਰ ਲਈਏ। ਅਸੀਂ ਬੋਲੇ ਬਿਨਾ ਵੀ ਨਹੀਂ ਰਹਿ ਸਕਦੇ। ਜ਼ੋਰ ਨਾ ਮੰਗਣ ਦੇ ਨਾ ਜ਼ੋਰ, ਨਾ ਤਾਂ ਅਸੀਂ ਜ਼ੋਰ ਕਿਸੇ ਤੋਂ ਮੰਗ ਸਕਦੇ ਹਾਂ, ਨਾ ਦੇ ਸਕਦੇ ਹਾਂ। ਸਭ ਖੇਡ ਉਸ ਨਿਰੰਕਾਰ ਦੇ ਹੱਥ ਹੈ। ਕਹਿੰਦੇ ਨਾ ਅਸੀਂ ਬੋਲ ਲੈਂਦੇ ਹਾਂ, ਤੇ ਸਤਿਗੁਰੂ ਕਹਿੰਦੇ ਗਾਵੈ ਕੋ ਤਾਣ, ਹੋਵੈ ਕਿਸੈ ਤਾਣ, ਗਾਵੈ ਕੋ ਦਾਤ, ਜਾਣੈ ਨਿਸ਼ਾਨ। ਜੇ ਉਹ ਦਾਤਾਂ ਦਿੰਦਾ ਤਾਂ ਅਸੀਂ ਬੋਲਦੇ ਹਾਂ, ਜੇ ਉਹ ਸਾਡੇ ਉੱਤੇ ਕਿਰਪਾ ਕਰਦਾ ਤਾਂ ਅਸੀਂ ਬੋਲਦੇ ਹਾਂ। ਔਰ ਜਾਣੀਏ, ਇਹਨਾਂ ਸਾਰੀ ਖੇਡ ਤੋਂ ਬਚਣ ਦੇ ਵਾਸਤੇ, ਮਾਇਆ ਦੀ ਖੇਡ ਤੋਂ ਬਚਣ ਵਾਸਤੇ, ਉਸ ਨਿਰੰਕਾਰ ਦੀ ਇੱਕ ਖੇਡ ਨੂੰ ਸਮਝ ਲਈਏ। ਗੁਰੂ ਦਾ ਉਪਦੇਸ਼ ਅਸੀਂ ਆਪਣੀ ਜ਼ਿੰਦਗੀ ਅੰਦਰ ਧਾਰਨ ਕਰੀਏ। ਗੁਰੂ ਸਾਨੂੰ ਪੈਰ ਪੈਰ ਤੇ ਹਰ ਪਲ ਸਾਨੂੰ ਰੋਕਦਾ, ਹਰ ਪਾਸੇ ਸਾਨੂੰ ਹਰ ਵੇਲੇ ਉਹ ਸਮਝਾਉਂਦਾ ਹੈ ਕਿ ਭਾਈ ਆ ਬੁਰਾ ਕੰਮ, ਮਾੜਾ ਕੰਮ ਤੂੰ ਨਾ ਕਰ। ਜਿੱਦਾਂ ਇੱਕ ਬਾਪ ਆਪਣੇ ਪੁੱਤਰ ਧੀ ਇਹਨਾਂ ਸਭ ਨੂੰ ਸਮਝਾਉਂਦਾ ਨਾ, ਤੇ ਸਤਿਗੁਰੂ ਵੀ ਸਾਨੂੰ ਸਮਝਾਉਂਦਾ ਹੈ, ਜੈਸਾ ਬਾਲਕ ਭਾਏ ਸੋ ਭਾਏ, ਲੱਖ ਅਪਰਾਧ ਕਮਾਵੈ। ਕਿਉਂ ਬੱਚਾ ਸੋਝੀ ਨਹੀਂ, ਵੱਡਾ ਉਹਨੂੰ ਨਹੀਂ ਪਤਾ ਕਿ ਮੇਰੇ ਇਸ ਕੀਤੇ ਹੋਏ ਕਰਮ ਦਾ ਨਤੀਜਾ ਕੀ ਮਿਲਣਾ। ਬਿਨਾਂ ਨਤੀਜਾ ਵੇਖਿਆ ਕਰਮ ਕਰਨਾ। ਤੇ ਬਾਪ ਫਿਰ ਵੀ ਉਹਨੂੰ ਸਮਝਾਉਂਦਾ, ਨਹੀਂ ਭਾਈ ਤੂੰ ਆ ਮਾੜਾ ਕਰਮ ਨਹੀਂ ਕਰਨਾ ਜਿਹਦੇ ਨਾਲ ਸਾਡੀ ਬਦਨਾਮੀ ਹੈ, ਜਿਹਦੇ ਨਾਲ ਸਾਡੀ ਬੁਰਿਆਈ ਹੋਣੀ ਹੈ। ਉਹ ਕਰਮ ਨਹੀਂ ਕਰਨਾ। ਤੇ ਗੁਰੂ ਸਾਹਿਬ ਵੀ ਸਾਨੂੰ ਪੈਰ ਪੈਰ ਤੇ ਸਮਝਾਉਂਦੇ ਹੈ। ਜਿਹੜੇ ਮਾਇਆ ਪਿੱਛੇ ਲੱਗੇ ਆ, ਮਾਇਆ ਬਾਬਤ ਦੱਸਦੇ ਆ, ਮਾਇਆ ਹੋਈ ਚੋਰਟੀ, ਮੁਸ ਮੁਸ ਲਾਵੈ ਹਾਟ। ਉਸ ਨਿਰੰਕਾਰ ਦੀ ਖੇਡ ਨੂੰ ਜਾਣੀਏ। ਉਹ ਬਾਰ-ਬਾਰ ਮਾਇਆ ਜਿਹੜੀ ਹੈ ਨਾ, ਉਹ ਸਾਨੂੰ ਆਪਣੇ ਗਿਰਫ ਦੇ ਵਿੱਚ ਲੈਣਾ ਕਰਦੀ ਹੈ। ਜਾਂ ਕਹੀਏ ਮਾਇਆ ਮਮਤਾ ਮੋਹਣੀ, ਬਿਨ ਦੰਤਾ ਜਗ ਖਾਇਆ। ਉਹਦੀ ਖਾਂਦੀ ਦਾ ਵੀ ਸਾਨੂੰ ਪਤਾ ਨਹੀਂ ਲੱਗਦਾ ਕਿਸ ਤਰ੍ਹਾਂ ਉਹ ਜਿਹੜਾ ਨਾ ਕਿ ਆਪਣੇ ਰੰਗ ਦੇ ਵਿੱਚ ਸਾਨੂੰ ਰੰਗਦੀ ਜਾ ਰਹੀ ਹੈ। ਉਸ ਸਿਰਜਣਹਾਰ ਦੀ ਖੇਡ ਜਿਹੜੀ ਹੈ
कि ਜਿਹੜਾ ਆ ਗਿਆ ਉਹਨੇ ਇੱਥੋਂ ਚਲਿਆ ਜਾਣਾ। ਔਰ ਇਹ ਵੀ ਜਿਹੜਾ ਨਾ ਅਸੀਂ ਉਸ ਦੀਨ ਦੁਨੀਆ ਦੇ ਮਾਲਕ ਦੇ ਘਰ ਦੀ ਇੱਕ ਫਸਲ ਆ, ਖੇਤੀ ਆ ਜਿਹੜੀ ਉਹ ਸਾਨੂੰ ਉਗਾਉਂਦਾ ਹੈ। ਜਿਵੇਂ ਅਸੀਂ ਆਪਣੇ ਖੇਤ ਦੇ ਵਿੱਚ ਫਸਲ ਉਗਾਉਂਦੇ ਆ ਨਾ, ਹੁਣ ਜਿਵੇਂ ਕਣਕ ਦੀ ਫਸਲ ਬੀਜੀ ਹੋਈ ਹੈ ਔਰ ਅਸੀਂ ਦੇਖਦੇ ਹਾਂ, ਇਹਨੂੰ ਪਾਲਦੇ ਹਾਂ, ਪਲੋਸਦੇ ਹਾਂ, ਇਹਦੇ ਵਾਸਤੇ ਸਪਰੇ ਰੇਹ ਦੀ ਲੋੜ ਹੈ, ਪਾਣੀ ਦੀ ਲੋੜ ਹੈ। ਇਸ ਤਰ੍ਹਾਂ ਉਹ ਸਾਡਾ ਮਨੁੱਖਾ ਜਨਮ ਜਿਹੜਾ ਸਾਨੂੰ ਉਹਨੇ ਦਿੱਤਾ ਹੈ ਨਾ, ਆਹ ਕਾਇਨਾਤ ਅੰਦਰ ਸਾਰੇ ਜੀਆਂ ਨੂੰ ਪੈਦਾ ਕਰਿਆ, ਉਹ ਆਪ ਰਿਜ਼ਕ ਦਿੰਦਾ, ਆਪ ਪਾਲਦਾ ਪਲੋਸਦਾ। ਪਰ ਜਦੋਂ ਸਮਾਂ ਆ ਜਾਂਦਾ ਉਹਨੇ ਆਪ ਹੀ ਬਣਾਇਆ, ਆਪ ਹੀ ਉਹਨੇ ਇਹਦਾ ਅੰਤ ਵੀ ਨਾਸ਼ ਵੀ ਕਰ ਦੇਣਾ। ਮਨੁੱਖਾ ਜਨਮ ਜਿਹਨੂੰ ਦਿੱਤਾ ਹੈ ਨਾ, ਤੇ ਇੱਕ ਦਿਨ ਇਸ ਮਨੁੱਖਾ ਜਨਮ ਦੇ ਵਿੱਚੋਂ ਚਲਿਆ ਵੀ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਬਾਰੀ ਹੈ। ਜਿਵੇਂ ਅਸੀਂ ਫਸਲ ਬੀਜਦੇ ਹਾਂ ਨਾ ਖੇਤ ਦੇ ਵਿੱਚ, ਔਰ ਦੇਖਦੇ ਹਾਂ ਵੀ ਹੁਣ ਇਹ ਕੱਚੀ ਹੈ, ਪੱਕੀ ਹੈ, ਔਰ ਪੱਕਣ ਤੱਕ ਇੰਤਜ਼ਾਰ ਕਰਦੇ ਹਾਂ। ਜਦੋਂ ਪੱਕ ਗਈ ਉਦੋਂ ਅਸੀਂ ਲਾਵੇ ਬੁਲਾ ਲੈਂਦੇ ਹਾਂ, ਜਿਨ੍ਹਾਂ ਨੂੰ ਅਸੀਂ ਦਿਹਾੜੀਏ ਕਹਿ ਲਈਏ, ਜਾਂ ਜਿਹੜੇ ਸਾਡੇ ਨਾਲ ਮਿਲ ਕੇ ਉਸ ਫਸਲ ਦਾ ਗਾਹ ਕਰਨਾ, ਕੱਢ ਲੈਣਾ, ਉਹਦਾ ਝਾੜ ਆਦਿ ਜਿਹੜਾ ਸਾਡੇ ਪੱਲੇ ਪੈ ਜੇ। ਤੇ ਇਸੇ ਤਰ੍ਹਾਂ ਉਹ ਨਿਰੰਕਾਰ ਦੀ ਖੇਡ ਵੀ ਹੈ। ਆਪੇ ਹੀ ਕਰਣਾ ਕੀਓ, ਕਲ ਆਪੇ ਹੀ ਤੈ ਧਾਰੀ ਹੈ, ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ ਹੈ। ਉਹਨੇ ਵੀ ਕੱਚੀ ਪੱਕੀ ਆਪ ਵੇਖਣੀ ਹੈ। ਸਾਡੇ ਸਾਰੇ ਨਹੀਂ ਕਿ ਅਸੀਂ ਸਾਰੀ ਉਮਰ ਹੰਢਾ ਕੇ ਚਲੇ ਜਾਈਏ। ਕੋਈ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਬੱਚਾ ਗਰਭ ਦੇ ਵਿੱਚ ਚਲਿਆ ਜਾਂਦਾ ਹੈ। ਕੋਈ ਬੱਚਾ ਜਨਮ ਲੈ ਕਰਕੇ ਚਲਿਆ ਜਾਂਦਾ ਹੈ, ਕੋਈ ਬੱਚਾ ਜਨਮ ਲੈਂਦਾ ਪਰ ਜਨਮ ਦੇਣ ਵਾਲੀ ਚਲੀ ਜਾਂਦੀ ਹੈ। ਨਹੀਂ ਪਤਾ ਕਿਹੜੀ ਉਮਰ ਦੇ ਵਿੱਚ ਕਿਹਨੇ ਕਦੋਂ ਕਿੱਥੇ ਚਲਿਆ ਜਾਣਾ। ਆ ਮਾਂ ਬਾਪ ਭੈਣ ਭਾਈ, ਇਹ ਸਭ ਜਿਹੜੇ ਰਿਸ਼ਤੇ ਨੇ, ਇਹ ਰੰਗ ਨੇ, ਸਭ ਅਲੱਗ ਅਲੱਗ ਆਏ ਆ, ਸਭ ਨੇ ਅਲੱਗ ਅਲੱਗ ਚਲਿਆ ਜਾਣਾ। ਪੜ੍ਹਿਆ ਨਾ, ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਤੈ ਧਾਰੀ ਹੈ, ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਬਾਰੀ ਹੈ। ਇਹ ਬਾਰੀ ਸਭ ਦੀ ਹੈ, ਸਭ ਨੇ ਚਲਿਆ ਜਾਣਾ। ਪਰ ਇੱਕ ਬਾਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਨੂੰ ਸੋਝੀ ਦਿੰਦੇ ਨੇ, ਜਿਸ ਕੇ ਜੀ ਪ੍ਰਾਣ ਹੈ, ਜਿਹਨੇ ਸਾਨੂੰ ਪੈਦਾ ਕੀਤਾ। ਜਿਵੇਂ ਅਸੀਂ ਫਸਲ ਬੀਜਦੇ ਹਾਂ ਨਾ, ਅਸੀਂ ਫਸਲ ਦੇ ਮਾਲਕ ਬਣ ਜਾਂਦੇ ਹਾਂ ਵੀ ਅਸੀਂ ਫਸਲ ਦੇ ਮਾਲਕ ਹਾਂ, ਇਹ ਸਾਡੀ ਬੀਜੀ ਹੈ, ਇਹਨੂੰ ਅਸੀਂ ਵੱਢਾਂਗੇ, ਇਹਦਾ ਝਾੜ ਸਾਡਾ ਹੋਣਾ। ਤੇ ਇਸੇ ਹੀ ਤਰ੍ਹਾਂ ਇਹ ਜਿਹੜਾ ਮਨੁੱਖਾ ਸਰੀਰ ਸਾਨੂੰ ਮਿਲਿਆ, ਇਹਦਾ ਝਾੜ ਵੀ ਉਸ ਨਿਰੰਕਾਰ ਨੇ ਆਪ ਲੈਣਾ, ਉਹਨੇ ਸਾਨੂੰ ਪੈਦਾ ਕਰਿਆ। ਆ ਸਰੀਰ ਜਿੰਦ ਸਾਨੂੰ ਉਹਨੇ ਦਿੱਤੀ ਆ, ਸਵਾਸ ਉਹਨੇ ਦਿੱਤੇ ਨੇ। ਜਿਸ ਕੇ ਜੀ ਪ੍ਰਾਣ ਹੈ, ਕਿਉ ਸਾਹਿਬ ਮਨਹੁ ਵਿਸਾਰੀਐ। ਉਸ ਸਾਹਿਬ ਨੂੰ, ਉਸ ਡਾਢੇ ਨੂੰ ਕਿਉਂ ਵਿਸਾਰੀਏ, ਜਿਹਨੇ ਸਾਨੂੰ ਬਣਾਇਆ, ਪੈਦਾ ਕੀਤਾ, ਸਾਡਾ ਰਿਜ਼ਕ ਦੇ ਰਿਹਾ ਸਾਨੂੰ ਸਭ ਕੁਝ। ਔਰ ਦੂਜੀ ਬਾਤ ਬੜਾ ਪਿਆਰਾ ਲਿਖਦੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਇਹ ਤੇਰੇ ਕਰਮਾਂ ਦੀ ਖੇਡ ਹੈ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਪਰਮਾਤਮਾ ਕਿਸੇ ਦੇ ਦੂਰ ਹੈ, ਕਿਸੇ ਦੇ ਨੇੜੇ ਹੈ। ਕੋਈ ਉਹਦੇ ਰੰਗ 'ਚ ਰੰਗਿਆ ਹੈ, ਕੋਈ ਉਹਦੇ ਰੰਗ ਤੋਂ ਬੇਰੰਗ ਹੈ। ਤੇ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ, ਭਾਈ ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ। ਭਾਵ ਕਹੀਏ, ਜੇ ਚੰਗਾ ਕਰੋਗੇ, ਚੰਗੇ ਗੁਣਾ ਵਾਲੇ ਬਣ ਜਾਓਗੇ, ਔਰ ਉਸ ਨਿਰੰਕਾਰ ਨੇ ਤੁਹਾਨੂੰ ਵਡਿਆਈ ਦੇਣੀ ਹੈ। ਮੰਦਾ ਕਰਮ ਹੋਣਾ, ਮੰਦੇ ਕਰਮ ਦੇ ਸਦਕਾ ਉਸ ਨਿਰੰਕਾਰ ਦੀ ਇੱਕ ਖੇਡ ਹੈ, ਪਿਤਰੀ ਚੋਰ ਕਰੇ।
और पितरी होए उधारो। दो शब्द ने जिन्हां दा अर्थ ऐसा डूंघा है। बात माँ की कर रहे हैं। माँ बाप का फर्ज है बच्चे नूं चंगी सिक्ख्या देनी। हुण बाप का फर्ज, माँ का फर्ज, ਧੀਆਂ ਪੁੱਤਰਾਂ ਨੂੰ ਚੰਗੀ ਸਿੱਖਿਆ ਦੇਣੀ ਆ। ਭਾਈ ਧਰਮੀ ਬਣੋ, ਧਰਮ ਕਮਾਓ, ਆ ਦੁਨਿਆਵੀ ਕਰਮ ਅਸੀਂ ਕਰਨੇ ਆ, ਇਹ ਵੀ ਨਾਲ ਅਸੀਂ ਕਰੀ ਜਾ ਰਹੇ ਹਾਂ, ਪਰ ਬੁਰਿਆਈ ਨਾ ਕਰੀਏ, ਚੰਗੇ ਗੁਣ ਦਈਏ, ਚੰਗਾ ਕਰਮ ਹੋਏਗਾ, ਆਪ ਜੀ ਦਾ ਨਾਮ ਚੰਗਾ ਹੋਏਗਾ। ਹੁਣ ਇੱਥੇ ਕੀ ਦੇਖੀਏ, ਜੇ ਕੋਈ ਬੁਰਿਆਈ ਕਰਦਾ, ਜਿੱਦਾਂ ਪਹਿਲਾਂ ਸਾਖੀ ਪੜ੍ਹੀ ਹੈ ਨਾ, ਮਾਂ ਨੇ ਸਿੱਖਿਆ ਦਿੱਤੀ ਸੀ 5 ਪੁੱਤਰਾਂ ਨੂੰ ਚੋਰੀ ਦੀ, ਤੇ 5 ਚੋਰ ਬਣੇ, ਤੇ ਅਖੀਰੀ ਫਿਰ ਆਪ ਨੂੰ ਵੀ ਫਿਕਰ ਪੈ ਗਿਆ ਵੀ ਮੇਰੀ ਸਾਂਭ ਸੰਭਾਲ ਹੋਣੀ ਨਹੀਂ। ਔਰ ਇੱਥੇ ਜਾਣੀਏ ਪਿਤਰੀ ਚੋਰ ਕਰੇ ਨੂੰ ਸਮਝੀਏ ਕਿ ਜਦੋਂ ਅਸੀਂ ਜਿੱਦਾਂ ਦਾ ਕਰਮ ਕਰਦੇ ਹਾਂ, ਸਾਡੇ ਮਾਂ ਬਾਪ ਦਾ ਨਾਂ ਉੱਦਾਂ ਦਾ ਰੋਸ਼ਨ ਹੋ ਜਾਂਦਾ। ਜੇ ਕੋਈ ਚੋਰੀ ਕਰਦਾ ਨਾ, ਕਹਿੰਦੇ ਆ ਭਾਈ ਆਹ ਤੁਹਾਡਾ ਮੁੰਡਾ ਚੋਰੀ ਕਰਦਾ, ਆਹ ਤੁਹਾਡਾ ਧੀ ਪੁੱਤਰ ਮਾੜੇ ਕਰਮ ਕਰਦਾ ਹੈ। ਤੇ ਜਿਹੜੇ ਅਸੀਂ ਵੱਡ ਵਡੇਰੇ ਪੂਜਦੇ ਆ, ਇਹ ਧੱਕਾ ਉਹਨਾਂ ਨੂੰ ਵੀ ਲੱਗਦਾ, ਉਹਨਾਂ ਤਾਈਂ ਵੀ ਕਿ ਭਾਈ ਫਲਾਨਿਆਂ ਦਾ ਸੀ, ਕਿਉਂ ਸਾਡੇ ਲਾਣੇ ਨੂੰ ਯਾਦ ਕਰਿਆ ਜਾਂਦਾ, ਅਸੀਂ ਕਿਹਨਾਂ ਚੋਂ ਆ, ਸਾਡੇ ਗੋਤ ਨੂੰ ਯਾਦ ਕਰਿਆ ਜਾਂਦਾ। ਉਸ ਦੇ ਸਦਕਾ ਅਸੀਂ ਆਪਣੇ ਵੱਡ ਵਡੇਰਿਆਂ ਦੀ ਵੀ ਖਨਾਮੀ ਕਰਾ ਦਿੰਦੇ ਹਾਂ, ਬਦਨਾਮੀ ਕਰਾ ਦਿੰਦੇ ਹਾਂ। ਪਿੱਤਰ ਕਿਹਾ ਜਾਂਦਾ ਜਿਹੜੇ ਵੱਡ ਵਡੇਰੇ ਅਸੀਂ ਪੂਜਦੇ ਹਾਂ। ਪਿਤਰੀ ਚੋਰ ਕਰੇ, ਉਹਨਾਂ ਨੂੰ ਵੀ ਚੋਰੀ ਦਾ ਦਾਗ ਲੱਗ ਜਾਂਦਾ ਹੈ। ਹੁਣ ਬਾਪ ਹੈ, ਆਪਣੇ ਪੁੱਤਰ ਨੂੰ ਬਣਾਉਣਾ ਚਾਹੁੰਦਾ ਡਾਕਟਰ, ਕਿ ਪੁੱਤਰਾ ਤੂੰ ਡਾਕਟਰ ਬਣੇਗਾ, ਔਰ ਸਿੱਖਿਆ ਦੇ ਦਿੱਤੀ ਵੀ ਜਿੰਨੇ ਧਨ ਦੌਲਤ ਕਮਾਈ ਦੀ ਆ ਕਮਾ ਲਈ, ਲੋਕਾਂ ਦੇ ਗਲ ਵੱਢੀ ਦੇ ਆ ਵੱਢਦੀ। ਇੱਕ ਟੀਕਾ 10 ਰੁਪਏ ਵਾਲਾ ਤੂੰ 100 ਦਾ ਲਾਈ, ਕੋਈ ਗੱਲ ਨਹੀਂ, ਕਿਸੇ ਨੇ ਤੈਨੂੰ ਹੱਥ ਨਹੀਂ ਤੇਰਾ ਮੋੜਨਾ। ਔਰ ਬਾਪ ਚੜ੍ਹਾਈ ਕਰ ਗਿਆ, ਪੁੱਤਰ ਉਵੇਂ ਹੀ ਉਸੇ ਤਰ੍ਹਾਂ ਕੰਮ ਕਰਦਾ ਰਿਹਾ। ਹੁਣ ਜਦੋਂ ਤੇਰੇ ਮੇਰੇ ਵਰਗਾ ਕੋਈ ਜਾਂਦਾ, ਕਹਿੰਦਾ ਡਾਕਟਰ ਬੜਾ ਮਹਿੰਗਾ, ਬੜਾ ਲੁੱਟਦਾ, ਤੇ ਫਿਰ ਮਾਂ ਬਾਪ ਨੂੰ ਵੀ ਤਾਂ ਉਸਦਾ ਲਾਂਭਾ ਮਿਲਣਾ ਨਾ, ਜਿੱਦਾਂ ਦੀ ਸਿੱਖਿਆ ਦੇ ਦਿੱਤੀ। ਹੁਣ ਜੇ ਬਾਪ ਨੇ ਸਿੱਖਿਆ ਦਿੱਤੀ ਚੰਗੀ, ਮਾਂ ਨੇ ਸਿੱਖਿਆ ਦਿੱਤੀ ਚੰਗੀ, ਭਾਈ ਤੂੰ ਡਾਕਟਰ ਬਣਿਆ, ਨਾਲ ਭਲੇ ਵੀ ਕਰਨੇ ਆ, ਜਿੰਨੀ ਕੁ ਕਮਾਈ ਤੂੰ ਕਰਦਾ ਕਰੀ, ਕੋਈ ਗੱਲ ਨਹੀਂ। ਨਾਲ ਜੇ ਕੋਈ ਗਰੀਬ ਗੁਰਬਾ ਆ ਗਿਆ, ਨਹੀਂ ਉਹਦੇ ਕੋਲੇ ਧਨ ਦੌਲਤ, ਤੂੰ ਕੋਈ ਗੱਲ ਨਹੀਂ, ਤੂੰ ਉਹਦਾ ਵੀ ਇਲਾਜ ਕਰੀ, ਜਦੋਂ ਉਹਦੇ ਕੋਲੇ ਹੋਏ ਤੈਨੂੰ ਦੇ ਜੂ, ਤੂੰ ਉਸ ਹਿਸਾਬ ਨਾਲ ਕੋਈ ਦਾਨ ਪੁੰਨ ਵਾਲਾ ਪੱਖ ਵੀ ਰੱਖ ਕੇ ਚੱਲੀ। ਚੰਗੀ ਸਿੱਖਿਆ ਦੇਤੀ। ਤੇ ਪਿਤਰੀ ਹੋਏ ਉਧਾਰੋ, ਤੇ ਉਹਨਾਂ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ। ਕਹਿੰਦੇ ਨਾ ਭਾਈ ਫਲਾਨਿਆਂ ਦਾ ਪੁੱਤਰ ਧੀ ਬੜਾ ਚੰਗਾ, ਬੜਾ ਸਾਊ ਹੈ, ਬੜਾ ਸਲੀਕੇ ਵਾਲਾ। ਇਹ ਸਾਡੇ ਆਪ ਦੇ ਸਾਰੇ ਆ ਜਿਹੜੀ ਅਸੀਂ ਸਿੱਖਿਆ ਦੇ ਰਹੇ ਹਾਂ, ਲੈ ਰਹੇ ਹਾਂ। ਤੇ ਨਹੀਂ ਤਾਂ ਭਗਤ ਕਬੀਰ ਜੀ ਉੱਥੋਂ ਤੱਕ ਦੱਸਦੇ ਆ, ਇਹ ਸਾਰੇ ਸਾਕ ਵੀ ਝੂਠੇ, ਇਹ ਸਾਡੇ ਰਿਸ਼ਤੇ ਨਾਤੇ ਵੀ ਝੂਠੇ, ਅਸੀਂ ਵੀ ਝੂਠੇ। ਇਸ ਝੂਠ ਦੀ ਇੱਕ ਖੇਡ ਦੀ ਬਾਤ ਸਮਝਾਉਣਾ ਕਰਦੇ ਨੇ। ਮਾਤਾ ਝੂਠੀ, ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ ਜਿੱਦਾਂ ਦੀ ਸਿੱਖਿਆ। ਫਲ ਦਾ ਮਤਲਬ ਕੀ ਹੈ? ਸਿੱਖਿਆ, ਜਿੱਦਾਂ ਦੀ ਸਿੱਖਿਆ ਦਿੱਤੀ ਸਾਨੂੰ। ਆਮ ਹੈ ਝੂਠੇ, ਚਾਹੇ ਵੀ ਝੂਠੇ, ਝੂਠੇ ਮਰਿਆ ਭਾਗੇ। ਆ ਅਸੀਂ ਭਾਗਾਂ ਵਾਲੇ ਬਣੇ ਨਹੀਂ, ਅਸੀਂ ਵਡਿਆਈ ਵਾਲੇ। ਆ ਕੋਈ ਫੋਕੀ ਵਡਿਆਈ ਲੈ ਗਿਆ, ਤੇ ਅਸੀਂ ਇਸ ਮਾਤ ਲੋਕ ਦੇ ਵਿੱਚ, ਕੁੰਭੀ ਨਰਕ ਦੇ ਵਿੱਚ ਬਾਰ-ਬਾਰ ਆਉਣਾ। ਪੜ੍ਹਿਆ ਨਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਰਮਾਂ ਦੇ ਮੁਤਾਬਕ ਉਸ ਨਿਰੰਕਾਰ ਦੀ ਖੇਡ ਹੈ। ਔਰ ਜਿੱਦਾਂ ਦੇ ਅਸੀਂ ਕਰਮ ਕਮਾਉਂਦੇ ਹਾਂ। ਇੱਕ ਵਾਰੀ ਫਰੀਜੀਆਂ ਨੂੰ ਘਰੋਂ ਕਹਿ ਦਿੱਤਾ ਗਿਆ ਕਿ ਜਾਓ ਘਰ ਵਾਸਤੇ ਕੁਝ ਲੈ ਕੇ ਆਓ, ਜਿੱਦਾਂ ਅਸੀਂ ਵੀ ਕਮਾਉਣ ਖੱਟਣ ਜਾਂਦੇ ਹਾਂ। ਤੇ ਫਰੀਜੀਆਂ ਦੇ ਕੋਲ ਕੋਈ ਕੰਮ ਨਾ, ਔਰ ਘਰੇ ਵੀ ਲੈ ਕੇ ਜਾਣਾ, ਔਰ ਫਿਕਰ ਕਰਦੇ ਰਹੇ। ਕਰਦਿਆਂ ਕਰਦਿਆਂ ਜੰਗਲ ਵਾਲੇ ਪਾਸੇ ਚਲੇ ਗਏ। ਕਦੇ ਇੱਧਰ ਘੁੰਮਦੇ ਆ, ਕਦੇ ਇੱਧਰ ਘੁੰਮਦੇ ਆ, ਮਨ ਦੇ ਵਿੱਚ 100 ਵਿਚਾਰਾਂ ਚੱਲਦੀਆਂ। ਅਸੀਂ ਵੀ ਕਰਦੇ ਹਾਂ ਨਾ, ਵੀ ਕਿਹੜਾ ਕੰਮ ਕੀਤਾ ਜਾਵੇ ਜਿਸ ਕੰਮ ਦੇ ਨਾਲ ਸਾਡਾ ਪਰਿਵਾਰ ਚੱਲੇ, ਸਾਡਾ ਗੁਜ਼ਾਰਾ ਚੱਲੇ, ਆ ਢਿੱਡ ਜਿਹੜਾ ਲੱਗਿਆ ਨਾ ਇਹਦਾ ਹੱਲ ਹੋ ਜੇ। ਤੇ ਕਰਦਿਆਂ ਕਰਦਿਆਂ ਫਰੀਜੀਆਂ ਦੇ ਪਾਸ ਇੱਕ ਚੋਰ ਪਹੁੰਚੇ ਤੇ ਪੁੱਛਿਆ, ਭਾਈ ਤੂੰ ਕਿਵੇਂ ਇੱਧਰ ਉੱਧਰ ਘੁੰਮਦਾ ਫਿਰਦਾ ਹੈ?
ਤੇ ਫਰੀਦ ਜੀ ਕਹਿਣ ਲੱਗੇ ਕਿ ਮੈਨੂੰ ਘਰੋਂ ਕਿਹਾ ਗਿਆ ਕਿ ਘਰ ਵਾਸਤੇ ਕੁਝ ਲੈ ਕੇ ਆਓ, ਘਰੇ ਲੈ ਕੇ ਆਉਣਾ, ਕਮਾ ਖੱਟ ਕੇ ਲਿਆਓ, ਤੇ ਮੈਨੂੰ ਕੰਮ ਕੋਈ ਮਿਲ ਨਹੀਂ ਰਿਹਾ। ਮੈਂ ਕਿਵੇਂ ਕਰਾਂ ਜਿਹਦੇ ਨਾਲ ਮੇਰੇ ਘਰੇ ਧਨ ਦੌਲਤ, ਮੇਰੇ ਘਰੇ ਜਿਹੜੀ ਹੈ ਆਮਦਨ ਹੋਵੇ, ਜਾਂ ਕਹੀਏ ਗੁਜ਼ਾਰੇ ਜੋਗਾ ਕੋਈ ਰਾਸ਼ਨ ਹੀ ਲੈ ਜਾ। ਤੇ ਚੋਰ ਕਹਿਣ ਲੱਗੇ ਤੂੰ ਸਾਡੇ ਨਾਲ ਚੱਲ, ਤੈਨੂੰ ਬਹੁਤ ਵਧੀਆ ਕੰਮ ਦੱਸਦੇ ਆ ਜਿਹਦੇ 'ਚੋਂ ਚੋਖੀ ਕਮਾਈ ਹੋਣੀ ਹੈ। ਤੇ ਹੁਣ ਜਿਹੜਾ ਬੰਦਾ ਭੁੱਖਾ ਹੈ ਉਹਨੂੰ ਰੋਟੀ ਤੱਕ ਮਤਲਬ ਹੈ, ਢਿੱਡ ਭਰਨ ਤੱਕ ਮਤਲਬ ਹੈ ਵੀ ਮੈਂ ਢਿੱਡ ਭਰ ਲਾਂ ਕਿਵੇਂ ਨਾ ਕਿਵੇਂ, ਜਿਹੜਾ ਤੜਫਦਾ। ਗੁਜ਼ਾਰੇ ਵਾਸਤੇ ਅਸੀਂ ਬੜੇ ਹੱਥ ਪੱਲੇ ਮਾਰਦੇ ਹਾਂ। ਔਰ ਫਰੀਦ ਜੀਆਂ ਨੇ ਵੀ ਮਨ ਦੇ ਵਿੱਚ ਵਿਚਾਰ ਕਰ ਲਈ, ਚਲੋ ਤੁਹਾਡੇ ਨਾਲ ਚੱਲਦੇ ਹਾਂ। ਔਰ ਉਹ ਚੋਰ ਸੀ, ਉਹ ਨਹੀਂ ਸੀ ਜਾਣਦੇ ਵੀ ਇਹ ਚੋਰ ਨੇ। ਲਾਲਚ ਦੇ ਦਿੱਤਾ ਗਿਆ, ਬਹੁਤ ਵਧੀਆ, ਬਹੁਤ ਕਮਾਈ ਹੋਣੀ ਹੈ, ਬਹੁਤਾ ਧਨ ਦੌਲਤ ਮਿਲਣਾ, ਚਲੋ ਚਲੀਏ। ਤੇ ਉਹ ਇੱਕ ਕਿਸਾਨ ਦੇ, ਇੱਕ ਜ਼ਿਮੀਂਦਾਰ ਦੇ ਜਿਹੜੇ ਆ ਖੇਤ ਚਲੇ ਗਏ, ਔਰ ਜਾ ਕਰਕੇ ਉਹਦੇ ਜਿਹੜੀ ਫਸਲ ਦਾ ਬੋਲ ਪਿਆ ਸੀ ਉਹਦੇ ਵਿੱਚੋਂ ਭਰਨ ਲੱਗੇ। ਦੂਜੇ ਸਭ ਨੂੰ ਫਰੀਜੀਆਂ ਨੇ ਭਰ ਭਰ ਚੁਕਾਏ, ਤੇ ਜਦੋਂ ਆਪ ਚੱਕਣ ਲੱਗਿਆ ਨਾ, ਤੇ ਇੱਕ ਹੱਸਣ ਦੀ ਆਵਾਜ਼ ਆਈ। ਫਰੀਜੀਆਂ ਨੇ ਆਸੇ ਪਾਸੇ ਨਿਗਾਹ ਮਾਰੀ, ਵੇਖਿਆ ਵੀ ਕੌਣ ਹੱਸਦਾ ਹੈ, ਕੋਈ ਨਾ ਦਿਖਾਈ ਦਿੱਤਾ। ਫਿਰ ਜਦੋਂ ਆਪਣੀ ਪੰਡ ਚੱਕਣ ਲੱਗੇ, ਫਿਰ ਹੱਸਣ ਦੀ ਆਵਾਜ਼ ਆਈ, ਔਰ ਡਰਾ ਕੇ ਪੁੱਛਿਆ ਭਾਈ ਕੌਣ ਹੱਸਦਾ ਹੈ। ਤੇ ਉਸ ਨਿਰੰਕਾਰ ਦੀ ਐਸੀ ਖੇਡ ਬਣੀ, ਆਕਾਸ਼ ਬਣੀ, ਜਿਹਨੂੰ ਆਪਾਂ ਕਹਿੰਦੇ ਆ, ਜਾਂ ਸੋਝੀ ਕਹਿ ਲਈਏ। ਸੋਝੀ ਉਸ ਸਮੇਂ ਐਸੀ ਆਈ, ਔਰ ਵੇਖਿਆ ਨੇੜੇ ਇੱਕ ਬਲਦ ਦਾ ਜਿਹੜਾ ਕੰਕਾਲ ਪਿਆ ਸੀ। ਉਸ ਕੰਕਾਲ ਦੇ ਵਿੱਚੋਂ ਹੱਸਣ ਦੀ ਆਵਾਜ਼ ਆ ਰਹੀ ਸੀ। ਔਰ ਫਰੀਜੀਆਂ ਨੇ ਪੁੱਛਿਆ ਕਿ ਹੱਸਦਾ ਕਿਉਂ ਹੈ। ਤਾਂ ਉਹਨੇ ਦੱਸਿਆ, ਕਹਿੰਦਾ ਮੈਂ ਇਸ ਕਰਕੇ ਹੱਸਦਾ ਕਿ ਮੈਂ ਇੱਕ ਰਾਜਾ ਹੁੰਦਾ ਸੀ, ਪਹਿਲਾਂ ਰਾਜਾ, ਤੇ ਇਸ ਜ਼ਿਮੀਂਦਾਰ ਦੇ ਖੇਤ ਵਿੱਚੋਂ ਲੰਘਦਿਆਂ ਲੰਘਦਿਆਂ ਦੀ ਫਸਲ ਦੇ ਵਿੱਚ ਇੱਕ ਸਿੱਟਾ ਤੋੜਿਆ ਸੀ, ਜਿਹਦੇ ਵਿੱਚ ਕੁਝ ਕੁ ਦਾਣੇ ਸੀ। ਤੇ ਉਹ ਦਾਣੇ ਜਿਹੜੇ ਹੈ ਤੋੜ ਕੇ ਮੈਂ ਆਪਣੇ ਮੁਖ ਦੇ ਵਿੱਚ ਪਾਏ ਸੀ, ਔਰ ਜਿਹੜੀ ਉਹਦੀ ਤੂੜੀ ਬਚੀ ਸੀ, ਉਹਦਾ ਫੂਸੜ ਬਚਿਆ ਸੀਗਾ ਮਲਣ ਵੇਲੇ, ਉਹ ਮੈਂ ਫੂਕ ਦੇ ਨਾਲ ਉਡਾ ਦਿੱਤੇ। ਦਾਣੇ ਉਹ ਮੈਂ ਖਾਧੇ ਨੇ, ਤੇ ਜਿਹੜੇ ਦਾਣੇ ਉਹ ਖਾਧੇ ਨੇ, ਕੁਝ ਕੁ ਉਹਨਾਂ ਦੇ ਬਦਲੇ 12 ਸਾਲ ਹੋ ਗਏ ਇਸ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਮੈਂ ਬਲਦ ਬਣ ਕੇ ਕਰਮ ਜਿਹੜਾ ਮੈਂ ਕਮਾਈ ਜਾ ਰਿਹਾ। ਉਸ 4 ਕੁ ਦਾਣਿਆਂ ਦੇ ਪਿੱਛੇ 12 ਸਾਲ ਮੈਂ ਇੱਥੇ ਇਸ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਕੰਮ ਕਰਦਾ ਰਿਹਾ। ਹੁਣ ਮੇਰੀ ਮੌਤ ਹੋ ਗਈ। ਹੁਣ ਜਿਸ ਤਰ੍ਹਾਂ ਮੈਂ ਉਹ ਜਿਹੜੇ ਦਾਣਿਆਂ ਦੇ ਉਸ ਤੂੜੀ ਨੂੰ, ਉਸ ਫੂਸੜ ਨੂੰ ਉਡਾਇਆ ਸੀ, ਆ ਮੇਰਾ ਕੰਕਾਲ ਵੀ ਰੋਜ਼ ਇਸ ਮਿੱਟੀ ਦੇ ਵਿੱਚ ਮਿਲਦਾ ਜਾ ਰਿਹਾ, ਰੋਜ਼ ਖੇ ਬਣ ਕੇ ਉੱਡਦਾ। ਤੇ ਜਦੋਂ ਇੰਨੀ ਬਾਤ ਫਰੀਜੀਆਂ ਨੇ ਸੁਣੀ, ਔਰ ਨਾਲ ਹੀ ਉਸ ਹੱਸਣ ਵਾਲੇ ਕੰਕਾਲ ਨੇ ਕਿਹਾ ਮੈਂ ਤਾਂ 4 ਦਾਣਿਆਂ ਪਿੱਛੇ 12 ਸਾਲ ਇਸ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਕੰਮ ਕਰਿਆ ਬਲਦ ਬਣ ਕੇ, ਅੱਜ ਮੈਂ ਇਸ ਧਰਤੀ ਦੀ ਖੇਤ ਦੇ ਵਿੱਚ ਰੁਲਦਾ ਪਿਆ, ਤੂੰ ਤਾਂ ਪੰਡ ਬੰਨ ਲਈ, ਤੇਰਾ ਕੀ ਬਣੂ। ਤੇ ਉਸ ਦਿਨ ਫਰੀਜੀਆਂ ਨੂੰ ਐਸੀ ਡੂੰਘੀ ਸੱਟ ਲੱਗੀ, ਉਹ ਪੰਡ ਸੁੱਟੀ, ਔਰ ਪੰਡ ਸੁੱਟ ਕਰਕੇ ਆਪਣੇ ਘਰੇ ਗਏ। ਘਰੋਂ ਫਿਰ ਸਿੱਧੇ ਜੰਗਲਾਂ ਦੇ ਵਿੱਚ ਚਲੇ ਗਏ। 12 ਸਾਲ ਜਿਹੜੇ ਆ ਤਪੱਸਿਆ ਦੇ ਵਿੱਚ ਲੱਗੇ ਰਹੇ, 12 ਸਾਲ ਭਗਤੀ ਦੇ ਵਿੱਚ ਲੱਗੇ ਰਹੇ ਕਿ ਆ ਜਿਹੜਾ ਜੀਵਨ ਹੈ ਮੈਂ ਕਮਾ ਲਵਾਂ। 12 ਸਾਲ ਭਗਤੀ ਕਰਦਿਆਂ ਜਦੋਂ ਘਰੇ ਵਾਪਸ ਆਏ, ਮਾਂ ਕੋਲੇ ਬੈਠੇ, ਮਾਂ ਨੇ ਕਿਹਾ ਲਿਆ ਮੈਂ ਤੇਰੇ ਜਿਹੜੇ ਕੇਸ ਹੈ, ਆ ਤੇਰੇ ਵਾਲ ਜਿਹੜੇ ਮੈਂ ਸਵਾਰ ਦਿਆਂ, ਜਿੱਦਾਂ ਅਸੀਂ ਵੀ ਤੇਲ ਲਵਾਉਂਦੇ ਆ ਨਾ ਸਿਰ ਦੇ ਵਿੱਚ, ਬੈਠਦੇ ਆ ਜਾ ਕਰਕੇ, ਤੇ ਬੈਠੇ ਨੇ। ਮਾਂ ਨੇ ਕਿਹਾ ਪੁੱਤਰਾ 12 ਸਾਲ ਕੀ ਕਰਦਾ ਰਿਹਾ,
ਘਰੋਂ ਨਿਕਲ ਗਿਆ ਸੀ 12 ਸਾਲ ਕੀ ਕਰਦਾ ਰਿਹਾ। ਫਰੀਦ ਜੀ ਕਹਿਣ ਲੱਗੇ ਕਿ ਮੈਂ 12 ਸਾਲ ਭਜਨ ਬੰਦਗੀ ਦੇ ਵਿੱਚ ਬੈਠਾ ਰਿਹਾ। ਤੇ ਮਾਂ ਨੇ ਕਿਹਾ, ਕਹਿੰਦੇ ਖਾਧਾ ਕੀ? ਕਹਿੰਦਾ ਜੀ ਫਲ ਜਿਹੜੇ ਸੀਗੇ ਦਰਖਤਾਂ ਦੇ ਤੋੜ ਕੇ ਖਾ ਲੈਂਦਾ, ਜਦੋਂ ਫਲ ਨਾ ਹੁੰਦੇ ਪੱਤੇ ਤੋੜ ਕੇ ਖਾ ਲੈਂਦਾ ਸੂਤ ਕੇ। ਤੇ ਮਾਂ ਨੇ ਇੰਨੀ ਕੋ ਬਾਤ ਸੁਣੀ ਤੇ ਇੱਕ ਚੁੰਡੀ ਜਿਹੜੀ ਹੈ ਸਿਰ ਦੇ ਵਿੱਚ ਵਾਲਾਂ ਦੀ ਫੜ ਕੇ ਖਿੱਚੀ ਤੇ ਫਰੀਦ ਜੀਆਂ ਨੂੰ ਦਰਦ ਹੋਇਆ, ਕੁਰਲਾ ਉੱਠਿਆ। ਮਾਂ ਨੂੰ ਕਿਹਾ, ਮਾਂ ਆ ਮੇਰੇ ਸਿਰ ਦੇ ਵਿੱਚ ਦਰਦ ਹੋਇਆ, ਤੂੰ ਜਿਹੜੇ ਵਾਲ ਖਿੱਚੇ ਨੇ। ਤੇ ਮਾਂ ਨੇ ਕਿਹਾ, ਭਾਈ ਤੂੰ ਜੰਗਲ ਦੇ ਵਿੱਚ ਜਾ ਕੇ ਜਿਹੜੇ ਦਰਖਤਾਂ ਦੇ ਫਲ ਤੋੜਦਾ ਹੈ, ਜਿਨ੍ਹਾਂ ਦੇ ਪੱਤੇ ਸੂਤਦਾ ਹੈ, ਕੀ ਆ ਉਹਨਾਂ ਨੂੰ ਦਰਦ ਨਹੀਂ ਹੁੰਦਾ? ਤੇ ਫਰੀਦ ਜੀ ਅਗਲੇ 12 ਸਾਲ ਚਲੇ ਗਏ। ਜਿਹੜੇ ਸੁੱਕੇ ਪੱਤੇ ਥੱਲੇ ਡਿੱਗਦੇ, ਜਿਹੜੇ ਫਲ ਥੱਲੇ ਝੜਦੇ, ਉਹਨਾਂ ਦੇ ਨਾਲ ਭਜਨ ਬੰਦਗੀ ਦੇ ਦੌਰਾਨ ਆਪਣਾ ਸਮਾਂ ਜਿਹੜਾ 12 ਸਾਲ ਹੋਰ ਬਤੀਤ ਕਰ ਲਏ। ਔਰ ਦੂਜੇ ਪਾਸੇ ਉਸ ਨਿਰੰਕਾਰ ਦੀ ਐਸੀ ਖੇਡ ਵਰਤੀ, ਇੱਕ ਬੇੜਾ ਜਿਸ ਦਰਿਆ ਦੇ ਕਿਨਾਰੇ ਬੈਠ ਕੇ ਭਜਨ ਬੰਦਗੀ ਕਰਦੇ ਸੀ, ਉਸ ਦਰਿਆ ਦੇ ਵਿੱਚ ਡੁੱਬ ਗਿਆ। ਤੇ ਉਸ ਦਰਿਆ ਦੇ ਵਿੱਚ ਉਹ ਜਿਹੜਾ ਬੇੜਾ ਡੁੱਬਿਆ, ਉਹਦੇ ਵਿੱਚੋਂ ਕੁਝ ਲੋਕ ਡੁੱਬੇ, ਕੁਝ ਤਰੇ। ਮੌਤ ਸਭ ਦੀ ਹੋਈ ਹੈ, ਪਰ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਿਆ, ਇੱਕ ਮਾਂ ਨੂੰ ਉਹਦਾ ਛੋਟਾ ਜਿਹਾ ਬੱਚਾ ਲੱਭ ਗਿਆ ਤੇ ਦੇਖਿਆ ਬਿਰਲਾਪ ਕਰਦੀ ਨੇ ਕਿ ਇੱਕ ਨੇੜੇ ਸਾਧੂ ਬੈਠਾ ਹੈ। ਭੱਜ ਕੇ ਫਰੀਦ ਜੀਆਂ ਕੋਲੇ ਆ ਗਈ, ਕਹਿਣ ਲੱਗੀ, ਸਾਧੂ ਹੈ ਤੂੰ, ਉਸ ਨਿਰੰਕਾਰ ਦੇ ਪ੍ਰੇਮ ਵਾਲਾ ਹੈ, ਤੂੰ ਆ ਮੇਰੇ ਪੁੱਤਰ ਨੂੰ ਜਿਉਂਦਾ ਕਰ ਦੇ। ਹੁਣ 24 ਸਾਲਾਂ ਦੀ ਜਿਹੜੀ ਕਮਾਈ ਸੀ ਫਰੀਦ ਜੀਆਂ ਦੀ, ਉਸ ਨਿਰੰਕਾਰ ਅੱਗੇ ਅਰਦਾਸ ਕਰੀ, ਬੇਨਤੀ ਕਰੀ, ਤੇ ਉਹ ਜਿਹੜਾ ਬੱਚਾ ਹੈ ਉਸ ਨਿਰੰਕਾਰ ਦੇ ਰਹਿਮਤ ਨਜ਼ਰ ਦੇ ਸਦਕਾ ਫਰੀਦ ਜੀਆਂ ਦੀ ਉਸ ਭਜਨ ਬੰਦਗੀ ਦੇ ਮੁੱਲ ਦੇ ਬਦਲੇ ਜਿਹੜਾ ਉਹ ਬੱਚਾ ਜਿਉਂਦਾ ਹੋ ਗਿਆ। ਤੇ ਉਸ ਔਰਤ ਨੇ ਜਾ ਕਰਕੇ ਰੌਲਾ ਪਾ ਦਿੱਤਾ, ਸਾਧੂ ਨੇ ਮੇਰਾ ਬੱਚਾ ਜਿਹੜਾ ਜਿਉਂਦਾ ਕਰ ਦਿੱਤਾ। ਤੇ ਲੋਕ ਜਿਹੜੇ ਸੀ, ਜਿਨ੍ਹਾਂ ਦੇ ਕੋਈ ਮੁਰਦੇ ਲੱਭੇ ਸੀ, ਉਹ ਵੀ ਲੈ ਕੇ ਪਹੁੰਚ ਗਏ। ਕਹਿੰਦੀ ਤੂੰ ਇਸ ਔਰਤ ਦਾ ਬੱਚਾ ਜਿਉਂਦਾ ਕਰਿਆ ਨਾ, ਆ ਸਾਡੇ ਵੀ ਜਿਹੜੇ ਮਰੇ ਨੇ ਇਹਨਾਂ ਨੂੰ ਜਿਉਂਦਾ ਕਰ ਦੇ। ਭਜਨ ਬੰਦਗੀ ਦਾ ਪ੍ਰਤਾਪ ਸੀ। ਸਤਿਗੁਰਾਂ ਦੇ ਅੱਗੇ, ਉਸ ਨਿਰੰਕਾਰ ਦੇ ਅੱਗੇ ਬੇਨਤੀ ਕਰੀ ਔਰ ਸਿੱਖਿਆ ਮਿਲੀ ਆਕਾਸ਼ ਬਾਣੀ ਦੀ ਕਿ ਤੈਨੂੰ ਫਿਰ ਉਹ ਨਿਰੰਕਾਰ ਜਿਹੜਾ ਨਾ ਬਹੁਤੇ ਲੰਮੇ ਸਮੇਂ ਬਾਅਦ ਮਿਲਣਾ, ਜੇ ਤੂੰ ਇਹਨਾਂ ਨੂੰ ਜਿਉਂਦਾ ਕਰਨਾ। ਤੂੰ ਭਜਨ ਬੰਦਗੀ ਕਰਨਾ ਹੈ, ਤੂੰ ਆਪਦਾ ਕੰਮ ਕਰ। ਪੜਿਆ ਨਾ, ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਬਾਰੀ ਹੈ। ਜਿਹੜਾ ਆਇਆ ਉਹਨੇ ਚਲਿਆ ਜਾਣਾ, ਇਹਨਾਂ ਦਾ ਸਮਾਂ ਆ ਗਿਆ, ਇਹ ਚਲੇ ਗਏ ਨੇ। ਤੂੰ ਭਜਨ ਬੰਦਗੀ ਕਰਨ ਵਾਸਤੇ ਆਇਆ, ਤੂੰ ਭਜਨ ਬੰਦਗੀ ਵਾਲੇ ਉਸ ਰੰਗ ਨੂੰ ਮਾਣ। ਔਰ ਫਰੀਦ ਜੀਆਂ ਨੇ ਉਸ ਰੱਖਿਆ ਕਰਨ ਵਾਲੇ ਉਸ ਨਿਰੰਕਾਰ ਨੂੰ ਕਿਹਾ ਕਿ ਤੇਰਾ ਸਾਧੂ ਜਾਣ ਕੇ ਆਏ ਨੇ, ਤੇਰੀ ਭਜਨ ਬੰਦਗੀ ਜਾਣ ਕੇ ਆਏ ਨੇ ਕਿ ਭਜਨ ਬੰਦਗੀ ਕਰਨ ਵਾਲਾ। ਤੇ ਜੇ ਨਾ ਇਹਨਾਂ ਦਾ ਹੱਲ ਹੋਇਆ, ਨਾ ਇਹਨਾਂ ਦੇ ਜਿਉਂਦੇ ਹੋਏ, ਆ ਤੇਰੇ ਤੋਂ ਟੁੱਟ ਜਾਣੇ ਨੇ। ਤੇ ਨਾਲੇ ਸਾਡਾ ਭਜਨ ਬੰਦਗੀ ਜਿਹੜੀ ਅਸੀਂ ਕਰਦੇ ਹਾਂ, ਸਾਡੇ ਕਰਨ ਦਾ ਕੋਈ ਮੁੱਲ ਨਹੀਂ ਪੈਣਾ। ਨਿਰੰਕਾਰ ਨੇ ਕਿਹਾ, ਤੇਰੇ ਨੇ ਕਰਨ ਦੇ ਵਿੱਚ ਤੇਰੀ ਭਜਨ ਬੰਦਗੀ ਦਾ ਪ੍ਰਤਾਪ ਘਟਣਾ ਹੈ, ਤੇ ਤੈਨੂੰ ਪਤਾ ਨਹੀਂ ਕਿੰਨਾ ਸਮਾਂ ਲੱਗ ਜੇ ਉਸ ਨਿਰੰਕਾਰ ਦੇ ਨਾਲ ਮਿਲਾਪ ਹੋਣ ਤੇ। ਤੇ ਫਰੀਦ ਨੇ ਕਿਹਾ, ਕੋਈ ਗੱਲ ਨਹੀਂ, ਮੇਰੀ ਆ ਜਨਮ ਵੀ ਲੰਘ ਜਾਂਦਾ, ਲੰਘ ਜਾਣ ਦਿਓ, ਅਗਲੇ ਸਮੇਂ ਆ ਜਾਏਗਾ, ਮੇਰਾ ਨਿਰੰਕਾਰ ਨਾਲ ਕਦੇ ਮਿਲਾਪ ਹੋ ਜਾਏਗਾ। ਪਰ ਇਹ ਜਿਹੜੇ ਨੇ, ਇਹ ਤੇਰੇ ਦਰ ਤੋਂ ਰੁਸਤਕ ਨਾ ਹੋਣ, ਇਹ ਜਿਹੜੇ ਆ ਕਦੇ ਦਰ ਤੋਂ ਤੇਰੇ ਤੋਂ ਨਿਰਾਸ਼ੇ ਨਾ ਹੋਣ। ਫਰੀਦ ਜੀਆਂ ਨੇ ਉਸ ਨਿਰੰਕਾਰ ਦੇ ਅੱਗੇ ਤਰਲਾ ਮਾਰਿਆ। ਉਹਨਾਂ ਦੇ ਜਿਹੜੇ ਜੀਵ ਆ ਉਹ ਜਿਉਂਦੇ ਹੋਏ, ਉਸ ਨਿਰੰਕਾਰ ਦੇ ਨਾਲ ਉਹਨਾਂ ਜੀਵਾਂ ਦਾ ਜਿਹੜਾ ਪ੍ਰੇਮ ਬਣਿਆ। ਭਾਵ ਕਹੀਏ ਜਿੱਦਾਂ ਦਾ ਅਸੀਂ ਕਰਮ ਕਮਾਉਂਦੇ ਹਾਂ, ਬਾਤ ਕਰਮ ਤੇ ਖੜੀ ਹੈ ਨਾ, ਕਿ ਜਿਸ ਤਰ੍ਹਾਂ ਅਸੀਂ ਕਰਮ ਕਰ ਰਹੇ ਹਾਂ, ਇਹ ਵਕਤ, ਇਹ ਸਮਾਂ, ਇਹ ਮਨੁੱਖਾ ਜਨਮ ਸਾਨੂੰ ਬਾਰ-ਬਾਰ ਨਹੀਂ ਪਤਾ ਕਿ ਸਾਨੂੰ ਮਨੁੱਖਾ ਜਨਮ ਹੀ ਮਿਲੇ। ਇਹ ਦੁਨੀਆ ਦੀ, ਇਹ ਜਨਮਾਂ ਜਨਮਾਂਤਰਾਂ ਦੀ ਖੇਡ ਹੈ। ਔਰ ਦੂਜੀ ਗੱਲ, ਅਸੀਂ ਇੱਕ ਬਾਤ ਕਰਦੇ ਹੁੰਦੇ ਹਾਂ ਨਰਕ ਸੁਰਗ ਦੀ, ਜਿਹੜੀ ਵੱਡੀ ਖੇਡ ਆ ਸਾਡੇ ਅੱਜ ਦਿਮਾਗ ਦੇ ਵਿੱਚ ਚੱਲਦੀ ਹੈ ਵੀ ਇਹ ਹੈਗੇ ਵੀ ਹੈ ਕਿ ਨਹੀਂ।
ਅਸੀਂ ਇੱਕ ਚੀਜ਼ ਸਮਝਦੇ ਹਾਂ ਵੀ ਜਿਹਦੇ ਕੋਲ ਜਿੰਨੀ ਕੁ ਧਨ ਦੌਲਤ ਹੈ ਉਹ ਉਨੀ ਕੁ ਕਮਾਈ ਦੇ ਸਦਕਾ ਵਸਤੂ ਖਰੀਦ ਲੈਂਦਾ ਹੈ। ਅਸੀਂ ਇੱਥੇ ਇਸ ਨਿਰੰਕਾਰ ਦੀ ਖੇਡ ਨੂੰ ਜਾਣੀਏ। ਅਸੀਂ ਜਿਹੜਾ ਇਹ ਸਮਝਦੇ ਹਾਂ ਨਾ ਕਿ ਆ ਨਰਕ ਸੁਰਗ ਦੀ ਖੇਡ ਹੈ, ਇਹਨੂੰ ਸਮਝਣ ਵਾਸਤੇ ਸਭ ਤੋਂ ਵੱਡੀ ਬਾਤ ਇਹ ਹੈ ਕਿ ਅਸੀਂ ਇੱਥੇ ਸਮਝਦੇ ਹਾਂ ਜਿਹੜਾ ਬੰਦਾ ਚੰਗੇ ਕੱਪੜੇ ਪਹਿਨਦਾ ਹੈ, ਚੰਗਾ ਖਾਂਦਾ ਪੀਂਦਾ, ਚੰਗੀ ਕੋਠੀ ਪਾ ਰੱਖੀ ਹੈ, ਚੰਗੀਆਂ ਗੱਡੀਆਂ 'ਤੇ ਘੁੰਮਦਾ, ਅਸੀਂ ਉਹਨੂੰ ਕਹਿੰਦੇ ਹਾਂ ਵੀ ਇਹ ਇੱਥੇ ਸੁਰਗ ਭੋਗ ਰਿਹਾ, ਆਹ ਸਵਰਗ ਦੇ ਵਿੱਚ ਰਹਿੰਦਾ, ਉਹਦਾ ਤਾਂ ਇੱਥੇ ਹੀ ਸਵਰਗ ਬਣਿਆ। ਜਿਹਦੇ ਘਰੇ 2 ਵਕਤ ਦੀ ਰੋਟੀ ਨਹੀਂ, ਕੱਪੜਾ ਲੀੜਾ ਲੈਣ ਵਾਸਤੇ ਔਖਾ ਹੈ, ਬੱਚਿਆਂ ਦੀ ਪਰਵਰਿਸ਼ ਕਰਨੀ ਔਖੀ, ਅਸੀਂ ਇਹਨੂੰ ਕਹਿੰਦੇ ਹਾਂ ਨਰਕ ਭੋਗ ਰਿਹਾ। ਇਹ ਸਾਡੀ ਸਮਝ ਹੈ, ਸਾਡੀ ਸਿੱਖਿਆ। ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹਦੇ ਬਾਬਤ ਸਿੱਖਿਆ ਦਿੰਦੇ ਨੇ, ਭਾਈ ਆ ਅਮੀਰੀ ਵਾਲੀ ਜਿਹੜੀ ਅਸੀਂ ਗੱਲ ਕਰਦੇ ਨੇ, ਸਾਡਾ ਸਵਰਗ ਨਹੀਂ। ਸਵਰਗ ਸਾਡਾ ਕਿੱਥੇ ਹੈ? ਸਾਡਾ ਸਵਰਗ ਹੈ ਉਸ ਨਿਰੰਕਾਰ ਦੀ ਖੇਡ ਦੇ ਵਿੱਚ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਆ ਵੱਡੇ ਵੱਡੇ ਰਾਜ ਭਾਗ ਜਿਹੜੇ ਸਾਨੂੰ ਮਿਲੇ ਹੈ, ਜਿਹੜੇ ਰਾਜੇ ਹੋਏ ਨੇ, ਹੁਕਮ ਚਲਾਏ ਹੈ, ਉਸ ਨਿਰੰਕਾਰ ਦੀ ਇਸ ਖੇਡ ਬਣੀ ਹੈ। ਵੱਡੇ ਵੱਡੇ ਹੁਕਮ ਕਰਦੇ ਸੀ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਆ ਵੱਡੀਆਂ ਵੱਡੀਆਂ ਸੇਜਾਂ ਮਾਣੀਆਂ ਨੇ, ਸੋਹਣੇ ਸੈਂਟ ਤੋਂ ਲੈ ਧਨ ਦੌਲਤ ਦੀ ਜਿਹੜੀ ਖੇਡ ਆ ਉਸ ਰੰਗ ਨੂੰ ਮਾਣਿਆ। ਤੇ ਸਤਿਗੁਰੂ ਦੱਸਦੇ ਨੇ, ਭਾਈ ਇਹ ਨਰਕ ਦਾ ਰਸਤਾ ਹੈ, ਨਰਕ ਘੋਰ ਕਾ ਦੁਆਰਾ। ਕਾਰਨ ਇਹਦੇ ਵਿੱਚ ਅਸੀਂ ਬਹੁਤ ਕੁਝ ਗਵਾ ਲੈਂਦੇ ਹਾਂ। ਪੂਜਾ ਅਰਚਾ ਬੰਧਨ ਡੰਡਾਉਤ, ਕਟ ਕਰਮਾ ਰਤ ਰਹਿਤਾ। ਹਾਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲਿਆ ਇਹ ਜੁਗਤਾ। ਔਰ ਬਹੁਤੀ ਵੱਡੀ ਬਾਤ ਇਹ, ਅਸੀਂ ਬਹੁਤ ਸਾਰੇ ਪੂਜਾ ਕਰਦੇ ਹਾਂ, ਪਤਾ ਨਹੀਂ ਕਿਹਨੂੰ ਕਿਹਨੂੰ ਮੰਨਦੇ ਹਾਂ। ਅਸੀਂ ਇੱਕ ਦਰ ਦੇ ਨਹੀਂ ਹੋਏ, ਅਸੀਂ ਦਰ ਦਰ ਦੇ ਹੋ ਗਏ ਹਾਂ। ਜੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਨਾ, ਅਸੀਂ ਜੇ ਕਿਸੇ ਹੋਰ ਪੀਰ ਫਕੀਰ ਦੇਵੀ ਦੇਵਤੇ ਕਿਸੇ ਹੋਰ ਮੜੀ ਮਸਾਣੀ ਨੂੰ ਮੰਨਦੇ, ਅਸੀਂ ਉਹਦੀ ਹੋ ਜਾਈਏ, ਘੱਟੋ ਘੱਟ ਇੱਕ ਦਰ ਦੇ ਤਾਂ ਹੋ ਜਾਈਏ। ਅਸੀਂ ਨਾ ਅੱਜ ਅਸੀਂ ਇੱਕ ਦਰ ਦੇ ਹਾਂ, ਅਸੀਂ ਦਰ ਦਰ ਦੇ ਬਣ ਗਏ ਹਾਂ। ਤੇ ਫਿਰ ਸਾਡੇ ਘਰੇ ਔਖ, ਸਾਡੇ ਘਰੇ ਦੁੱਖ, ਆ ਸਰੀਰਕ ਰੋਗ, ਆ ਬੜਾ ਕੁਝ ਸਾਡੇ ਇਸ ਮਨੁੱਖਾ ਜਨਮ ਦੇ ਵਿੱਚ ਚੱਲਦਾ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰਮਾ ਰਤ ਰਹਿਤਾ। ਹਾਉ ਹਾਉ ਕਰਤ ਬੰਧਨ ਮੈਂ ਪਰਿਆ। ਆ ਮਾਇਆ ਕਮਾਉਣ ਵਾਸਤੇ ਵੀ ਅਸੀਂ ਬੜਾ ਭੱਜਦੇ ਹਾਂ, ਅਸੀਂ ਬੜੇ ਰਸਤੇ ਲੱਭਦੇ ਹਾਂ ਵੀ ਸਾਨੂੰ ਉੱਥੋਂ ਵੀ ਮਿਲ ਜੇ। ਔਰ ਜਾਣੀਏ ਇਹ ਸਾਰੀਆਂ ਜੁਗਤੀਆਂ ਕਰਕੇ ਉਹ ਨਿਰੰਕਾਰ ਨਹੀਂ ਮਿਲਦਾ, ਉਹ ਪਰਮਾਤਮਾ ਨਹੀਂ ਮਿਲਦਾ। ਉਸ ਪਰਮਾਤਮਾ ਦੇ ਨਾਲ ਮਿਲਣਾ ਹੈ ਨਾ, ਤੇ ਉਹਦੇ ਮਿਲਣ ਦੀ ਜਿਹੜੀ ਖੇਡ ਹੈ ਉਹ ਬਹੁਤ ਵੱਡੀ ਹੈ। ਉਸ ਨਿਰੰਕਾਰ ਨੂੰ ਮਿਲਾਪ ਕਰਨਾ, ਸਾਨੂੰ ਉਹਦੇ ਦਰ ਦਾ ਹੋਣਾ ਪੈਣਾ। ਔਰ ਪੜ੍ਹਿਆ ਨਾ ਕਿ ਪੂਜਾ ਅਰਚਾ ਬੰਧਨ ਡੰਡੌਤ, ਕਟ ਕਰਮਾ ਰਤ ਰਹਿਤਾ। ਬੜਾ ਕੁਝ ਕਰਦਾ ਹੈ, ਔਰ ਇੱਥੋਂ ਤੱਕ ਬਹੁਤੇ ਸਾਰੇ ਜੋਗ ਕਮਾਉਣ ਵਾਸਤੇ ਬੜੇ ਰੰਗ ਬਣਾਉਂਦੇ ਨੇ। ਜੋਗ ਸਿੱਧ ਆਸਣ 84, ਇਹ ਵੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਜਨਮੈ, ਹਰ ਸਿਓ ਸੰਗ ਨਾ ਗਹਿਆ। ਬੜੇ ਜਨਮ ਵੀ ਲੈ ਲਏ, ਬੜੀ ਵੱਡੀ ਉਮਰ ਵੀ ਭੋਗ ਲਈ, ਪਰ ਅਸੀਂ ਉਸ ਇੱਕ ਦੇ ਨਹੀਂ ਹੋ ਸਕੇ। ਇੱਕ ਦੇ ਨਾਲ ਸਾਡਾ ਪ੍ਰੇਮ ਨਹੀਂ ਹੋਇਆ। ਜਪਜੀ ਸਾਹਿਬ ਅੰਦਰ ਵੀ ਪੜ੍ਹਦੇ ਆ ਨਾ, ਜੇ ਯੁਗ ਚਾਰੇ ਆਰਜਾ। ਜੇ ਚਾਰੇ ਯੁੱਗਾਂ ਜਿੰਨੀ ਉਮਰ ਹੋ ਜੇ, ਸਤਯੁਗ ਦੁਆਪਰ ਤ੍ਰੇਤਾ ਕਲਯੁਗ, ਇਹਨਾਂ ਚਾਰੇ ਯੁੱਗਾਂ ਜਿੰਨੀ ਉਮਰ ਹੋ ਜੇ, ਇਹ ਤੋਂ ਵੀ ਵੱਧ ਦੱਸਦੇ ਆ ਸਤਿਗੁਰੂ। ਜੇ ਯੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਨਵਾਂ ਕੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਈ। ਹਰ ਕੋਈ ਤੁਹਾਡੇ ਨਾਲ ਚੱਲਣ ਵਾਲਾ ਹੋਵੇ। ਜਗ੍ਹਾ ਜਗ੍ਹਾ ਆਪ ਜੀ ਦਾ ਪ੍ਰਤਾਪ ਹੋਵੇ, ਵਡਿਆਈ ਵਾਲੇ ਬਣੋ, ਵੱਡੇ ਹੋਵੋ।
ਇਹ ਤਾਂ ਜੀ ਬਹੁਤ ਸਿਆਣਾ ਹੈ, ਬਹੁਤਾ ਚੰਗਾ ਕਰਮ ਕਰਦਾ ਹੈ। ਆ ਦੁਨਿਆਵੀ ਵਡਿਆਈ ਦੀ ਖੇਡ ਦੱਸਦੇ ਆ ਸਤਿਗੁਰੂ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ, ਕਾਬ ਦਾ ਨਾਂ ਰਖਾ ਲਿਆ ਵੀ ਫਲਾਨਾ ਸਿਉ, ਬਹੁਤ ਚੰਗਾ ਬਹੁਤ ਸਿਆਣਾ ਹੈ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਆ ਜਗ ਦੀ ਵਡਿਆਈ ਖਟਦਾ। ਤੇ ਸਤਿਗੁਰੂ ਜੀ ਇੱਕ ਬਾਤ ਦੱਸਦੇ ਨੇ, ਜਿੰਨਾ ਚਿਰ ਉਹਦੀ ਨਜ਼ਰ ਦੇ ਵਿੱਚ ਨਹੀਂ ਆਉਂਦਾ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਾ ਕਿ ਜਿੰਨਾ ਚਿਰ ਭਾਈ ਤੇ ਉਹਦੀ ਨਿਗਾਹ ਦੇ ਵਿੱਚ ਨਹੀਂ ਆਉਂਦਾ, ਉਹ ਦੀਨ ਦੁਨੀਆ ਦਾ ਮਾਲਕ ਤੈਨੂੰ ਪ੍ਰੇਮ ਕਰਦਾ ਨਾ, ਤੂੰ ਆਪਣੇ ਆਪ ਨੂੰ ਸਤਿਗੁਰੂ ਨੇ ਭੇਟ ਨਹੀਂ ਕਰਿਆ, ਉਨੀ ਦੇਰ ਤੱਕ ਉਸ ਨਿਰੰਕਾਰ ਦੀ ਉਸ ਦਰ ਤੇ ਵਡਿਆਈ ਵਾਲਾ ਨਹੀਂ ਬਣਦਾ। ਤੂੰ ਆ ਦੁਨਿਆਵੀ ਵਡਿਆਈ ਵਾਲਾ ਭਾਵੇਂ ਜਿੰਨਾ ਮਰਜ਼ੀ ਬਣ ਜੇ। ਔਰ ਜਦੋਂ ਉਹ ਰੋਗ ਜਿਹੜਾ ਕੋਈ ਲੱਗਿਆ, ਜਾਂ ਕਹੀਏ ਜਦੋਂ ਕਿਸੇ ਨੂੰ ਸਜ਼ਾ ਦੇਣੀ ਹੈ ਨਾ, ਇਸੇ ਪੌੜੀ ਦੇ ਅੰਦਰ ਪੜ੍ਹਦੇ ਆ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਆ ਸੱਪ ਇੱਕ ਕੀੜਾ ਨਾ, ਤੇ ਜਦੋਂ ਪਾਉਣ ਤੇ ਆਉਂਦਾ ਸੱਪ ਦੇ 20 ਕੀੜੇ ਪਾ ਦਿੰਦਾ। ਤੇ ਅਸੀਂ ਇਸ ਖੇਡ ਤੋਂ ਡਰਦੇ ਨਹੀਂ। ਅੱਜ ਅਸੀਂ ਪਰਮਾਤਮਾ ਨੂੰ, ਉਸ ਰੱਬ ਨੂੰ, ਇਹ ਬਾਤ ਅਸੀਂ ਸਮਝਣ ਤੋਂ ਪਰੇ ਹਾਂ। ਸਾਨੂੰ ਉਸ ਰੱਬ ਦਾ ਡਰ ਨਹੀਂ ਰਹਿ ਗਿਆ। ਅਸੀਂ ਮੌਤ ਨੂੰ ਭੁਲਾਈ ਬੈਠੇ ਹਾਂ। ਜਿਹੜੀ ਇੱਕ ਅਟਲ ਸੱਚਾਈ ਹੈ ਨਾ, ਕਿਸੇ ਦਾ ਯਾਦ ਨਹੀਂ ਮੌਤ, ਸਿਰਫ ਇਹ ਯਾਦ ਹੈ ਵੀ ਅੱਜ ਮੈਂ ਕੀ ਕੰਮ ਕਰਨਾ ਹੈ, ਅੱਜ ਮੈਂ ਕਿੱਥੇ ਕਮਾਈ ਕਰਨੀ ਹੈ, ਅੱਜ ਮੇਰਾ ਕਿੱਥੇ ਧਨ ਦੌਲਤ ਦਾ ਖੇਡ ਜਿਹੜੀ ਆ ਉਹ ਚੱਲਣੀ ਹੈ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ। ਜਿਨ੍ਹਾਂ ਦੇ ਵਿੱਚ ਗੁਣ ਨਹੀਂ, ਉਹ ਦੀਨ ਦੁਨੀਆ ਦਾ ਮਾਲਕ ਐਸਾ ਹੈ, ਉਹਨਾਂ ਨੂੰ ਵੀ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਉਹਨਾਂ ਦੇ ਉੱਤੇ ਵੀ ਉਹ ਐਸੀ ਰਹਿਮਤ ਨਜ਼ਰ ਕਰਦਾ ਹੈ ਕਿ ਜਿਹਦੇ ਨਾਲ ਉਹ ਗੁਣਾਂ ਵਾਲੇ ਬਣਦੇ ਆ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਔਰ ਜਿਹੜੇ ਗੁਣਾਂ ਵਾਲੇ ਨੇ ਉਹਨਾਂ ਨੂੰ ਬਹੁਤ ਤਾਤ ਦੇ ਵਿੱਚ ਗੁਣਾਂ ਦੀ ਦਾਤ ਦਿੰਦਾ। ਪਰ ਅਸੀਂ ਉਸ ਨਿਰੰਕਾਰ ਦੀ ਖੇਡ ਨੂੰ ਭੁੱਲ ਕੇ ਪੜ੍ਹਦੇ ਹਾਂ ਨਾ। ਤਪ ਪ੍ਰਸਾਦ ਸਵਈਏ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਨੇ, 10ਵੇਂ ਪਾਤਸ਼ਾਹ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਹੁਣ ਜਦੋਂ ਕੋਈ ਚੜ੍ਹਾਈ ਕਰਦਾ ਹੈ, ਪਿਛਲੇ ਸਮੇਂ ਦੇ ਦੌਰਾਨ ਵੀ ਇਹ ਬਾਤ ਕਹੀ ਸੀ ਕਿ ਜਦੋਂ ਕੋਈ ਚੜ੍ਹਾਈ ਕਰਦਾ ਉਹ ਕਹਿ ਕੇ ਜਾਂਦਾ, ਭਾਈ ਵੀ ਮੇਰੇ ਹਰ ਸਾਲ ਕੱਪੜੇ ਦਿਆ ਕਰੋ, ਆ ਹਰ ਸਾਲ ਮੈਨੂੰ ਪੂਜਿਆ ਕਰੋ, ਮੈਨੂੰ ਮੰਨਿਆ ਕਰੋ, ਕਹਿ ਕੇ ਜਾਂਦਾ। ਪਰ ਅਸੀਂ ਇਹ ਰਸਤਾ ਛੱਡ ਚੁੱਕੇ ਹਾਂ। ਅਸੀਂ ਗੁਰਬਾਣੀ ਦੀ ਸਿੱਖਿਆ ਤੋਂ ਅਸੀਂ ਪਰੇ ਹੋ ਗਏ, ਕਿਉਂਕਿ ਅਸੀਂ ਬਹੁਤੇ ਗਿਆਨ ਵਾਲੇ ਬਣ ਗਏ ਹਾਂ। ਉਹ ਦੀਨ ਦੁਨੀਆ ਦੇ ਮਾਲਕ ਦੇ ਉਸ ਪ੍ਰੇਮ ਦੀ ਖੇਡ ਨੂੰ ਸਮਝਣ ਤੋਂ ਖੁੰਝੇ ਹਾਂ। ਕਉ ਬਤਾਨ ਕੋ ਪੂਜਤ ਹੈ ਬਸ, ਕਉ ਮਿਰਦਾਨ ਕੋ ਪੂਜਨ ਧਾਇਓ। ਕੋਈ ਮਰਿਆਂ ਨੂੰ ਪੂਜੀ ਜਾਂਦਾ, ਕੋਈ ਮੂਰਤੀਆਂ ਪੂਜੀ ਜਾਂਦਾ ਹੈ। ਕੂਰ ਕਿਰਿਆ ਔਰ ਜੋ ਸਭ ਹੀ ਜਾਗਿਆ, ਸਾਰਾ ਸੰਸਾਰ ਕਿਸੇ ਨਾ ਕਿਸੇ ਖੇਡ ਦੇ ਵਿੱਚ ਦੱਬਿਆ ਪਿਆ। ਸ਼੍ਰੀ ਭਗਵਾਨ ਕੋ ਭੇਦ ਨਾ ਪਾਏ। ਉਸ ਪਰਮਾਤਮਾ ਦਾ ਭੇਦ ਅਸੀਂ ਪਾਇਆ ਹੀ ਨਹੀਂ, ਜਿਹੜਾ ਆਪਣੇ ਰੰਗ ਦੇ ਵਿੱਚ ਸਾਨੂੰ ਰੰਗਣ ਵਾਲਾ ਹੈ। ਅਸੀਂ ਉਸ ਰੰਗ ਨੂੰ ਜਾਣਦੇ ਨਹੀਂ। ਤੇ ਸਤਿਗੁਰੂ ਕਹਿੰਦੇ ਭਾਈ ਐਸੇ ਬੰਦਿਆਂ ਦੇ ਬਾਬਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੱਸਦੇ ਨੇ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਜਿਹੜੇ ਅੰਦਰੋਂ ਝੂਠੇ ਆ ਨਾ, ਬਾਹਰੋਂ ਬੜੇ ਸਬਰ ਕੇ ਦਿਖਾਉਂਦੇ ਨੇ। ਤੇ ਸਤਿਗੁਰੂ ਜੀ ਦੱਸਦੇ ਆ ਭਾਈ ਇਹ ਜੇ ਫਿਰ ਦੁਨੀਆ ਅੰਦਰ ਫੇਲ ਨੇ। 68 ਤੀਰਥ ਜੇ ਨਹਾਵੈ, ਆ ਤੀਰਥਾਂ ਦੇ ਜਾ ਕੇ ਨਹਾਉਣ ਕਰਦਾ ਨਾ, ਵੀ ਬੜੇ ਤੀਰਥਾਂ ਦੇ ਬਾਗੇ ਜੀ, ਅਸੀਂ ਬੜਾ ਦਾਨ ਪੁੰਨ ਕਰਦੇ ਹਾਂ, ਸੇਵਾ ਕਰਦੇ ਹਾਂ। ਜੇ ਤੇਰੇ ਮਨ ਦੇ ਅੰਦਰ ਛਲ ਕਪਟ ਹੈ, ਜੇ ਤੇਰੇ ਮਨ ਅੰਦਰ ਬੁਰਾਈ ਹੈ, ਆ ਬਾਹਰੋਂ ਧੋਤਿਆਂ ਤੂੰ ਸੋਚਾ ਨਹੀਂ ਹੋ ਸਕਦਾ। ਸੋਚੇ ਸੇ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੋਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਹਦੇ ਹਿਰਦੇ ਅੰਦਰ ਉਹ ਪਰਮਾਤਮਾ ਵਸਿਆ ਸੋਚੇ, ਉਹਨਾਂ ਨੂੰ ਦੱਸਦੇ ਆ। ਪੜ੍ਹਿਆ ਨਾ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਹਾਵੈ, ਉਤਰੈ ਨਾਹੀ ਮੈਲ। ਪਰ ਨਹਾਤਿਆਂ ਸਾਡੇ ਹਿਰਦੇ ਅੰਦਰੋਂ ਕਪਟ ਨਹੀਂ ਜਾਣਾ। ਬਾਹਰੋਂ ਅਸੀਂ ਨਹਾਉਂਦੇ ਹਾਂ, ਰੋਜ਼ ਨਹਾਉਂਦੇ ਹਾਂ, ਮਲ ਮਲ ਕੇ ਨਹਾਉਂਦੇ ਹਾਂ।
ਤੇ ਜੇ ਨਹਾਤਿਆਂ ਸਾਡਾ ਹਿਰਦਾ ਸ਼ੁੱਧ ਹੁੰਦਾ ਫਿਰ ਸਾਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ ਸੀ, ਨਾਮ ਜਪਣ ਦੀ ਲੋੜ ਨਹੀਂ ਸੀ। ਫਿਰ ਇਕੱਲਾ ਨਹਾ ਕੇ ਸਾਰ ਲੈਂਦੇ, ਤੀਰਥਾਂ 'ਤੇ ਜਾ ਆਇਆ ਕਰਦੇ। ਤੇ ਸਤਿਗੁਰੂ ਜੀ ਬੇਅੰਤ ਸੋਝੀ ਦਿੰਦੇ ਨੇ ਭਾਈ, ਜਿਹੜੇ ਉਸ ਨਿਰੰਕਾਰ ਦੇ ਰੰਗ ਨੂੰ ਮਾਣਦੇ ਆ। ਇਹ ਬਦਲਣਾ ਕੀ, ਅਸੀਂ ਕਰਨਾ ਕੀ ਹੈ? ਇਹ 'ਤੇ ਸਤਿਗੁਰੂ ਜੀ ਇੱਕ ਬਾਤ ਸਮਝਾਉਣਾ ਕਰਦੇ ਨੇ, ਜਿਹੜੇ ਉਸ ਨਿਰੰਕਾਰ ਦੇ ਪ੍ਰੇਮ ਵਾਲੇ ਆ ਨਾ, ਜਿਨ ਪੱਟ ਅੰਦਰ ਬਾਹਰ ਗੁੱਦੜ, ਬਾਹਰੋਂ ਸਾਧੂ ਜੇ ਲੱਗਦੇ ਆ ਦੇਖਣ ਨੂੰ, ਕਮਲੇ ਬੌਲੇ ਜੀ, ਤੇ ਪਰਮਾਤਮਾ ਉਹਨਾਂ ਦੇ ਹਿਰਦੇ ਅੰਦਰ ਵੱਸਦਾ। ਰੇਸ਼ਮ ਵਰਗਾ ਉਹ ਪਰਮਾਤਮਾ ਐਡਾ ਸੁਖਾਲਾ ਉਹਨਾਂ ਦੇ ਹਿਰਦੇ ਅੰਦਰ ਹੈ, ਜਿਨ੍ਹਾਂ ਨੇ ਪ੍ਰੇਮ ਕਰਿਆ। ਔਰ ਬਾਹਰੋਂ ਸਾਨੂੰ ਕਮਲੇ ਜੇ ਦਿਖਦੇ ਨੇ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਅਸੀਂ ਉਹਨਾਂ ਨੂੰ ਕਮਲੇ ਤਾਂ ਜ਼ਰੂਰ ਕਹਿੰਦੇ ਹਾਂ, ਪਰ ਸਤਿਗੁਰੂ ਜੀ ਇੱਕ ਬਾਤ ਸਮਝਾਉਂਦੇ ਨੇ ਕਿ ਉਹਨਾਂ ਦਾ ਪਤਾ ਕਿੱਥੋਂ ਲੱਗਦਾ ਵੀ ਇਹ ਗੁਰੂ ਦੇ ਪ੍ਰੇਮ ਵਾਲੇ ਹੈ, ਜਾਂ ਐਵੇਂ ਕਿਤੇ ਬਸ ਇਕੱਲਾ ਬਾਣਾ ਜਿਹਾ ਪਾ ਕੇ ਜਾਂ ਕੋਈ ਕੱਪੜੇ ਜੇ ਪਾ ਕੇ ਤੇ ਉਹੀ ਬੈਠੇ ਆ ਚੌਂਕੜੇ ਮਾਰ ਕੇ। ਤੇ ਸਤਿਗੁਰੂ ਜੀ ਸਮਝਿਆ ਤਿੰਨ ਨੇਹੋ ਲੱਗਾ ਰੱਬ ਸੇਤੀ, ਉਹਨਾਂ ਦਾ ਪ੍ਰੇਮ ਰੱਬ ਨਾਲ ਹੈ। ਦੇਖਣੇ ਵਿਚਾਰ, ਅਸੀਂ ਉਹਨਾਂ ਦੇ ਵਿਚਾਰਾਂ ਤੋਂ ਜਾਣੀਏ ਉਹ ਸਾਨੂੰ ਵਿਚਾਰ ਕੀ ਦੇ ਰਹੇ ਹੈ, ਉਹ ਸਾਡੇ ਲਈ ਕੀ ਮੁਖ ਤੋਂ ਬੋਲਦੇ ਆ। ਜਪਜੀ ਸਾਹਿਬ ਅੰਦਰ ਵੀ ਪੜ੍ਹਦੇ ਆ ਨਾ ਵੀ ਅਸੀਂ ਉਸ ਪਰਮਾਤਮਾ ਨਾਲ ਪ੍ਰੇਮ ਕਰੀਏ, ਮੁਹਾਓ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਅਸੀਂ ਐਸਾ ਮੁਖ ਦੇ ਵਿੱਚੋਂ ਕੀ ਬੋਲੀਏ ਜਿਹਦੇ ਨਾਲ ਸਾਡੇ ਨਾਲ ਦੀਨ ਦੁਨੀਆ ਦਾ ਮਾਲਕ ਪ੍ਰੇਮ ਕਰੇ। ਤੇ ਅਸੀਂ ਉਸ ਪ੍ਰੇਮ ਦੀ ਖੇਡ ਨੂੰ ਸਮਝਣਾ। ਆਹ ਸਾਡਾ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਨਾ, ਇਹਦੇ ਵਿੱਚ ਅਸੀਂ ਉਸ ਪਰਮਾਤਮਾ ਨੂੰ ਜਾਣਨਾ, ਉਸ ਨਿਰੰਕਾਰ ਦੀ ਖੇਡ ਨੂੰ ਜਾਣਨਾ। ਆਹ ਮਾਇਆ ਉਹਨੇ ਪੈਦਾ ਕਰਤੀ, ਠੀਕ ਹੈ, ਮਾਇਆ 'ਚ ਅਸੀਂ ਲੱਗੇ ਹਾਂ, ਸਾਨੂੰ ਲੋੜ ਹੈ, ਜਿੰਨੀ ਕੋ ਸਾਨੂੰ ਲੋੜ ਆ ਅਸੀਂ ਉਹ ਲੋੜ ਦੇ ਮੁਤਾਬਕ ਚੱਲੀਏ। ਪਰ ਜਿਨ੍ਹਾਂ ਨੇ ਇਸ ਮਾਇਆ ਦਾ ਪਿੱਛਾ ਕਰ ਲਿਆ ਉਹ ਇਸ ਨਿਰੰਕਾਰ ਦੇ ਦਰ ਤੋਂ ਚਲੇ ਗਏ। ਕੱਲੀ ਮਾਇਆ ਸਾਨੂੰ ਪਾਰ ਉਤਾਰਾ ਨਹੀਂ ਕਰ ਸਕਦੀ। ਸਾਡਾ ਜਿਹੜੀ ਮਾਇਆ ਨਾ, ਇਸ ਮਾਇਆ ਦੇ ਨਾਲ ਅਸੀਂ ਇਸ ਕਾਇਨਾਤ ਦੇ ਵਿੱਚ ਪੂਰੀ ਨਹੀਂ ਪਾ ਸਕਦੇ। ਸਾਡੀ ਜਿਹੜੀ ਉਮਰ ਹੈ, ਸਾਡਾ ਇਹ ਮਨੁੱਖਾ ਜਨਮ ਹੈ, ਹਰ ਰੋਜ਼ ਪੜ੍ਹਿਆ ਨਾ, ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਜੋ ਪਾनी, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੇਂ ਪ੍ਰਾਨੀ। ਛਿਨ ਛਿਨ ਔਦ ਵਿਹਾਤ ਹੈ, ਫੂਟੇ ਘਟ ਜੋ ਪਾਣੀ। ਜਿਵੇਂ ਘੜੇ ਦੇ ਵਿੱਚੋਂ ਪਾਣੀ ਹੈ ਨਾ, ਬੂੰਦ ਬੂੰਦ ਕਰਕੇ ਨਿਕਲਦਾ ਜਾ ਰਿਹਾ ਹੈ, ਤੇ ਇਹ ਸਾਡਾ ਸਰੀਰ, ਸਾਡੇ ਸਵਾਸ, ਇਹ ਵੀ ਹਰ ਰੋਜ਼ ਘਟਦੇ ਨੇ। ਸਹਿਸਕ੍ਰਿਤੀ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇੱਕ ਬਾਤ ਸਮਝਾਉਂਦੇ ਨੇ, ਘਟੰਤ ਰੂਪੰ ਘਟੰਤ ਦੀਪੰ ਘਟੰਤ ਰਬ ਸਿਸਿਅਰ ਨਖੇਤਰ ਗਗਨੰ। ਆਹ ਜਿਹੜਾ ਸੂਰਜ ਚੰਦ ਹੈ ਇਹ ਵੀ ਹਰ ਰੋਜ਼ ਘਟਦੇ ਜਾ ਰਹੇ ਹੈ। ਆਹ ਆਕਾਸ਼ ਵੀ ਘਟਦਾ ਜਾ ਰਿਹਾ ਹੈ। ਆਹ ਧਰਤੀ ਜਿਹਦੀ ਅਸੀਂ ਬਾਤ ਕਰਦੇ ਹਾਂ, ਹਰ ਰੋਜ਼ ਇਹਦੇ 'ਚ ਵੀ ਕਮੀ ਆਉਂਦੀ ਹੈ। ਸੋਹਣੇ ਰੂਪ ਦੀ ਗੱਲ ਕਰ ਲਈਏ, ਇੱਕ ਦਿਨ ਇਹ ਵੀ ਢਲ ਜਾਂਦਾ। ਇਹ ਸਰੀਰ ਸਾਡਾ ਇਹ ਵੀ ਢਲ ਜਾਂਦਾ। ਆਹ ਅੱਖਾਂ ਦੀ ਸਾਨੂੰ ਜੋਤ ਮਿਲੀ ਹੈ ਨਾ, ਇਹ ਵੀ ਇੱਕ ਦਿਨ ਇਹਦੇ ਉੱਤੇ ਵੀ ਮੋਤੀਆ ਛਾ ਜਾਂਦਾ, ਦਿਸਣੋਂ ਇਹ ਵੀ ਹਟ ਜਾਂਦਾ। ਇਹ ਤੋਂ ਤੱਕ ਜਾਣੀਏ ਘਟੰਤ ਵਿਸੁੱਧਾ ਗਿਰ ਤਾਰ ਸੇ ਖੰਡੰ। ਆਹ ਜਿਹੜੇ ਗਿਰ ਤੋਂ ਭਾਵ ਹੁੰਦਾ ਹੈ ਪਰਬਤ, ਆਹ ਨਦੀਆਂ ਪਰਬਤ ਸਭ ਕੁਛ ਇਹ ਵੀ ਘਟਦਾ ਜਾ ਰਿਹਾ ਹੈ। ਹਰ ਇੱਕ ਚੀਜ਼ ਦੇ ਵਿੱਚ ਕਮੀ ਆਉਂਦੀ ਜਾ ਰਹੀ ਹੈ। ਘਟੰਤ ਲਲਣਾ ਸੁਤ ਭਰਾਤ ਹਿਤੰ। ਆਹ ਸਾਡੇ ਪੁੱਤਰ ਧੀ ਘਰ ਦੀ ਜਿਹਨੂੰ ਅਸੀਂ ਪ੍ਰੇਮ ਕਰਦੇ ਹਾਂ, ਇੱਕ ਦਿਨ ਇਹ ਵੀ ਸਾਡੇ ਪਾਸੋਂ ਉਮਰ ਵੱਧਦੀ ਹੈ, ਕਿਸੇ ਦੀ ਘਟਦੀ ਹੈ। ਕੋਈ ਚਲਿਆ ਗਿਆ, ਅਸੀਂ ਕਿਸੇ ਕੋਲੋਂ ਚਲੇ ਗਏ ਹਾਂ, ਭਾਵ ਕਹੀਏ ਇੱਕ ਸਾਰ ਨਹੀਂ, ਬਾਦ ਘਟ ਜਿਹੜੀ ਆ ਉਹ ਹੁੰਦੀ ਰਹਿੰਦੀ ਆ ਹਰ ਰੋਜ਼। ਪਰ ਇੱਕ ਬਾਤ ਸਮਝਾਉਂਦੇ ਨੇ, ਨਹਿ ਘਟੰਤ ਕੇਵਲ ਗੋਪਾਲ ਅਚੁੱਤ। ਜਿਹੜਾ ਨਹੀਂ ਘਟਦਾ ਉਹ ਹੈ ਪਰਮਾਤਮਾ, ਜਿਹੜਾ ਨਹੀਂ ਘਟਦਾ ਉਹ ਹੈ ਨਿਰੰਕਾਰ। ਉਹ ਦੀਨ ਦੁਨੀਆ ਦੇ ਮਾਲਕ ਦੇ ਵਿੱਚ ਕਦੇ ਕਮੀ ਨਹੀਂ ਆਉਂਦੀ, ਨਾ ਘਾਟ ਹੈ ਨਾ ਵਾਢ ਹੈ, ਨਾ ਬਾਦ ਘਾਟ ਹੋਤ ਹੈ। ਇਹ ਤੋਂ ਤੱਕ ਦੱਸਦੇ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਉਚਾਰਨ ਕਰਕੇ ਸਾਨੂੰ ਸੋਝੀ ਬਖਸ਼ੀ ਹੈ। ਭਾਵੇਂ ਅਸੀਂ ਬਹੁਤੇ ਪੜ੍ਹ ਗਏ ਹਾਂ, ਬਹੁਤਾ ਧਿਆਨ ਰੱਖਦੇ ਹਾਂ, ਬਹੁਤੇ ਗਿਆਨੀ ਹੋ ਗਏ। ਕਰੀ ਸੀ ਨਾ ਬਾਤ ਆਪਾਂ ਵੀ ਅਸੀਂ ਨਰਕ ਸੁਰਗ ਦੀ ਗੱਲ ਕਰਦੇ ਹਾਂ। ਜਿਹੜਾ ਚੰਗਾ ਪਹਿਨ ਲੈਂਦਾ, ਚੰਗਾ ਪੱਤਰ ਲੈਂਦਾ,
ਅਸੀਂ ਉਹਨੂੰ ਕਹਿ ਦਿੰਦੇ ਹਾਂ ਸਵਰਗ ਵਰਗੀ ਜ਼ਿੰਦਗੀ ਬਤੀਤ ਕਰਦਾ, ਅਤੇ ਜਿਹਦੇ ਘਰੇ ਰੋਟੀ ਨਹੀਂ ਪੱਕਦੀ ਉਸ ਨੂੰ ਕਹਿੰਦੇ ਹਾਂ ਨਰਕ ਵਰਗਾ ਜਿਉਂ ਰਿਹਾ। ਅਤੇ ਪਰ ਸਤਿਗੁਰਾਂ ਨੇ ਇੱਕ ਬਾਤ ਕਹੀ ਸੀ, ਜਿਹੜੇ ਆ ਭਾਈ ਵੱਡੇ ਰਾਜ ਭਾਗ ਆ ਭੂਪਤ ਨੇ, ਇਹ ਸਾਰੇ ਇੱਥੇ ਹੀ ਰਹਿ ਜਾਣੇ ਹੈ, ਕਿਸੇ ਦੇ ਪੱਲੇ ਕੁਝ ਨਹੀਂ ਪੈਣਾ। ਔਰ ਅਸੀਂ ਉਸ ਨਿਰੰਕਾਰ ਦੀ ਇੱਕ ਖੇਡ ਸਮਝਦੇ ਹਾਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਲਿਖਦੇ ਨੇ, ਵੇਦ ਕਤੇਬ ਪੜ੍ਹੇ ਬਹੁਤ ਦਿਨ, ਭੇਦ ਕਛੂ ਤਿਨ ਕੋ ਨਾਹੇ ਪਾਇਓ। ਆ ਵੇਦ ਕਤੇਬ ਬੜੇ ਅਸੀਂ ਜਿਹੜੇ ਆ ਨਾ, ਇਹਨਾਂ ਨੂੰ ਪੜ੍ਹਿਆ, ਸਿਮਰਤੀਆਂ ਪੜ੍ਹੀਆਂ ਨੇ, ਸ਼ਾਸਤਰ ਪੜ੍ਹੇ ਹੈ, ਪਰ ਭੇਦ ਸਾਨੂੰ ਉਸ ਪਰਮਾਤਮਾ ਦਾ ਫੇਰ ਵੀ ਨਹੀਂ ਆਇਆ। ਭੇਦ ਕਿਛੂ ਤਿਨ ਕੋ ਨਹਿ ਪਾਇਓ, ਪੂਜਤ ਟੇਰ ਅਨੇਕ ਫਿਰਿਓ, ਪਰ ਏਕ ਕਬੈ ਹੀਐ ਮੈਂ ਨਾ ਬਸਾਇਓ। ਵੀ ਉਸ ਇੱਕ ਪਰਮਾਤਮਾ ਨੂੰ ਅਸੀਂ ਹਿਰਦੇ ਅੰਦਰ ਨਹੀਂ ਵਸਾ ਸਕੇ। ਭਾਵੇਂ ਅਸੀਂ ਜਿੰਨਾ ਮਰਜ਼ੀ ਪੂਜਾ ਪਾਠ ਕਰਦੇ ਰਹੇ, ਜਿੰਨਾ ਮਰਜ਼ੀ ਅਸੀਂ ਇੱਥੇ ਆਪਣੇ ਆਪ ਨੂੰ ਦੱਸਿਆ ਵੀ ਮੈਂ ਬਹੁਤਾ ਗਿਆਨ ਰੱਖਦਾ। ਪਾਹਨ ਕੋ ਅਸਤਾਲੈ ਕੋ ਸਿਰ ਨਿਆਏ ਫਿਰਿਓ। ਅਸੀਂ ਬੜੇ ਥਾਵਾਂ 'ਤੇ ਜਾ ਕੇ ਨੱਕ ਰਗੜੇ ਆ, ਬੜੇ ਥਾਵਾਂ 'ਤੇ ਜਾ ਕੇ ਸਿਰ ਨਮਾਏ ਨੇ, ਸੋਝੀ ਸਾਨੂੰ ਫੇਰ ਵੀ ਨਹੀਂ ਪਈ। ਹਾਂ ਕੱਛ ਹਾਥ ਨਾ ਆਇਓ, ਸਾਡੇ ਪੱਲੇ ਕੁਝ ਵੀ ਪਿਆ ਨਹੀਂ, ਸਗੋਂ ਧਨ ਦੌਲਤ ਖਰਾਬ ਕਰਕੇ ਆਏ ਆ। ਆਹ ਜਿਹੜੇ ਅਸੀਂ ਕਮਾਏ ਆ ਨਾ, ਇਹਦੇ 'ਚੋਂ ਵੀ ਅਸੀਂ ਗਵਾਇਆ, ਕੁਛ ਹੱਥ ਨਹੀਂ ਜਿਹੜਾ ਸਾਡੇ ਆਇਆ। ਰੇ ਮਨ ਮੂੜ ਅਗੂੜ, ਪ੍ਰਭ ਤਜ ਆਪਨ ਹੂੜ ਕਹਾਂ ਉਰਝਾਇਓ। ਤੂੰ ਪਰਮਾਤਮਾ ਨੂੰ ਤਿਆਗ ਕੇ ਕਿੱਥੇ ਉਲਝਿਆ ਫਿਰਦਾ। ਆਹ ਦੁਨਿਆਵੀ ਖੇਡਾਂ, ਦੁਨਿਆਵੀ ਰੰਗ ਅਸੀਂ ਮਾਣਦੇ ਹਾਂ, ਦੁਨਿਆਵੀ ਵਡਿਆਈ ਸਾਡੇ ਲਈ ਬਹੁਤ ਵਧੀਆ, ਪਰ ਉਸ ਪਰਮਾਤਮਾ ਦੇ ਜਿਹੜਾ ਕਦੇ ਨਾ ਘਟਦਾ ਨਾ ਵੱਧਦਾ, ਨਾ ਉਹਦਾ ਸ਼ਰੀਕ ਪੈਦਾ ਹੁੰਦਾ, ਨਾ ਕਿਸੇ ਨੇ ਨੂੰ ਤਾਪਿਆ ਬਣਾਇਆ, ਉਹ ਸਭ ਦਾ ਸਿਰਜਣਹਾਰ ਹੈ। ਪੜ੍ਹਦੇ ਆ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਦੋਂ ਮੱਧ ਆਉਂਦਾ, ਉੱਥੇ ਵੀ ਗੁਰੂ ਸਾਹਿਬ ਲਿਖਦੇ ਨੇ, ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਉਸ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਪਰਮਾਤਮਾ ਹੈ, ਸਭ ਕਾਸੇ ਦਾ ਇੱਕ ਸਿਰਾ। ਸਾਨੂੰ ਬਹੁਤਿਆਂ ਨੂੰ ਨਹੀਂ ਪਤਾ। ਸੀ ਕਈ ਵਾਰੀ ਸਵਾਲ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ ਇਹ ਕਿਹਨਾਂ ਨੂੰ ਦਰਸਾਉਂਦੇ ਆ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ ਖੇਡ ਜਿਹੜੀ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਪਜੀ ਸਾਹਿਬ ਨੂੰ ਦਰਸਾਉਂਦੇ ਨੇ। ਅਤੇ ਜੇ ਕੋਈ ਪੁੱਛੇ ਵੀ ਜਪਜੀ ਸਾਹਿਬ ਕਿਹਨੂੰ ਦਰਸਾਉਂਦਾ, ਅਤੇ ਅਸੀਂ ਜਾਣੀਏ ਮੂਲ ਮੰਤਰ ਨੂੰ ਦਰਸਾਉਂਦਾ ਜਿਹੜਾ ਗੁਰੂ ਸਾਹਿਬਾਂ ਨੇ ਦਿੱਤਾ। ਅਤੇ ਮੂਲ ਮੰਤਰ ਉਸ ਇੱਕ ਓਅੰਕਾਰ ਨੂੰ, ਜਿਸ ਤਰ੍ਹਾਂ ਜਿਸ ਬੀਜ ਤੋਂ ਇਹ ਰੁੱਖ ਵੱਡਾ ਹੋ ਕੇ ਫਲ ਦਿੰਦਾ ਹੈ ਨਾ, ਇਸੇ ਤਰ੍ਹਾਂ ਅਸੀਂ ਉਸ ਬੀਜ ਦੀ, ਉਸ ਨਿਰੰਕਾਰ ਦੀ, ਜਿਹੜਾ ਇਸ ਕਾਇਨਾਤ ਦੇ ਅੰਦਰ ਜਿਹੜਾ ਹੈ ਇਹ ਸਭ ਨੂੰ ਬਣਾ ਰਿਹਾ ਹੈ। ਕੋਈ ਗਰੀਬ ਹੈ, ਕੋਈ ਅਮੀਰ ਹੈ, ਪਰ ਇੱਥੋਂ ਤੱਕ ਸਤਿਗੁਰੂ ਜੀ ਬਹੁਤ ਵੱਡੀ ਖੇਡ ਸਾਨੂੰ ਬਖਸ਼ਦੇ ਆ। ਭਾਈ ਤੂੰ ਉਸ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ ਕਰ, ਔਰ ਉਹਨਾਂ ਨਾਲ ਤੂੰ ਬੈਠ, ਉਹਨਾਂ ਨਾਲ ਮਿਲ ਜਿਹੜੇ ਚੰਗੇ ਗੁਣ ਰੱਖਦੇ ਹੈ, ਜਿਹੜੇ ਤੇਰੀ ਕੀਤੀ ਹੋਈ ਬਾਤ ਨੂੰ ਸਮਝਦੇ ਹੈ, ਜਿਹੜੇ ਤੇਰੇ ਕਹੇ ਹੋਏ ਬਚਨਾਂ ਦੇ ਨਾਲ ਪੂਰੇ ਚੱਲਦੇ ਹੈ। ਨਹੀਂ ਤਾਂ ਤੇਰਾ ਭਾਈ ਕੀਤਾ ਹੋਇਆ ਕਰਮ ਵੀ ਤੈਨੂੰ ਪਾਰ ਨਹੀਂ ਲਾਉਣ ਵਾਲਾ। ਪੜ੍ਹਿਆ ਨਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਬਾਰ-ਬਾਰ ਇਸ ਪੰਕਤੀ ਤੇ ਜਾ ਰਹੇ ਹਾਂ, ਕਾਰਨ ਇਹ ਸਾਡੇ ਕਰਮਾਂ ਦੀ ਖੇਡ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਆ ਸਾਡੇ ਲੇਖੇ ਦੇ ਵਿੱਚ ਜੋ ਲਿਖਿਆ ਜਾਂਦਾ, ਸਾਡੇ ਕਰਮ ਜਿਹੜੇ ਹੈ ਨਾ, ਇਹ ਕਰਮ ਸਾਨੂੰ ਉਸ ਨਿਰੰਕਾਰ ਦੇ ਨਾਲ ਮਿਲਾਉਂਦੇ ਵੀ ਹੈ। ਉਹ ਨਿਰੰਕਾਰ ਕੈਸਾ ਹੈ? ਕਬੀਰ ਜੀ ਨੇ ਵੀ ਲਿਖਿਆ ਨਾ, ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ, ਤਹਿ ਮਿਲ ਤਿਓ ਉਤਮ ਭਏ ਲੋ ਕਾਠ ਨਿਰਗੰਧ। ਚੰਦਨ ਐਸਾ ਜਿਹਦੇ ਵਿੱਚੋਂ ਸੁਗੰਧ ਆਉਂਦੀ ਹੈ, ਨੇੜੇ ਬਸਣ ਵਾਲੇ ਬਹੁਤੇ ਜਿਹੜੇ ਦਰਖਤਾਂ ਦੇ ਵਿੱਚੋਂ ਵੀ ਸੁਗੰਧ ਆਉਂਦੀ ਹੈ। ਸੱਪ ਵੀ ਲਪਟੇ ਰਹਿੰਦੇ ਆ, ਨਾਲ ਖਿੱਚਦੇ ਆ ਆਪਣੇ ਵੱਲ। ਔਰ ਪਾਰਸ ਦੀ ਖੇਡ ਦੱਸੀ ਹੈ। ਪਾਰਸ ਲੋਹੇ ਦੀਆਂ 8 ਧਾਤਾਂ ਜਿਨ੍ਹਾਂ ਨੂੰ ਆਪਣੇ ਵਰਗਾ ਬਣਾ ਲੈਂਦਾ, ਭਾਵ ਕਹੀਏ ਉਹਨਾਂ ਨੂੰ ਕੰਚਨ ਕਰ ਦਿੰਦਾ ਹੈ। ਕਮੀ ਵੱਡੀ ਜਿਹੜੀ ਹੈ ਪਾਰਸ ਦੀ, ਪਾਰਸ ਆਪਣਾ
ਜਿਹੜਾ ਨਾ ਉਹਦੇ ਵਿੱਚ ਅਭੇਦ ਨਹੀਂ ਕਰ ਸਕਦਾ। ਪਰ ਸਤਿਗੁਰੂ ਜੀ ਬੇਅੰਤ ਸੋਝੀ ਦਿੰਦੇ ਨੇ, ਭਾਈ ਉਸ ਨਿਰੰਕਾਰ ਦੇ ਪ੍ਰੇਮ ਦੇ ਲਈ ਆ ਮਨੁੱਖਾ ਜਨਮ ਸਾਨੂੰ ਮਿਲਿਆ, ਔਰ ਉਸ ਨਿਰੰਕਾਰ ਦੇ ਨਾਲ ਅਸੀਂ ਸਦਾ ਮਿਲ ਕੇ ਰਹੀਏ। ਤਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਤਿਰ ਹੋਸੀ। ਉਸ ਪਰਮਾਤਮਾ ਦੇ ਨਾਲ ਸਦਾ ਅਸੀਂ ਜੁੜੀਏ, ਜਿਹੜਾ ਦੀਨ ਦੁਨੀਆ ਦਾ ਮਾਲਕ, ਭਾਵੇਂ ਅਸੀਂ ਲੱਖ ਅਪਰਾਧ ਕਰੀਏ, ਲੱਖ ਔਗਣ ਕਰੀਏ, ਉਹ ਸਾਨੂੰ ਫੇਰ ਆਪਣੇ ਨਾਲ ਮੇਲ ਲੈਂਦਾ। ਜਿਵੇਂ ਪੜ੍ਹਿਆ ਸੀ ਨਾ, ਜੈਸਾ ਬਾਲਕ ਭਾਏ ਸੋ ਭਾਏ ਲੱਖ ਅਪਰਾਧ ਕਮਾਵੈ। ਇਹਦੇ ਦਰ ਤੋਂ ਜੇਕਰ ਕੋਈ ਦੂਰ ਚਲਿਆ ਜਾਂਦਾ, ਉਹ ਫਿਰ ਵੀ ਇਹਨੂੰ ਆਵਾਜ਼ਾਂ ਮਾਰਦਾ, ਆ ਜਾ। ਹਰ ਰੋਜ਼ ਅੰਮ੍ਰਿਤ ਵੇਲੇ ਪੜ੍ਹਦੇ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਹਰ ਰੋਜ਼ ਅਸੀਂ ਉਸ ਨਿਰੰਕਾਰ ਦੇ ਪ੍ਰੇਮ ਦੀ ਖੇਡ ਜਿਹੜੀ ਹੈ ਅਸੀਂ ਮਾਣਦੇ ਹਾਂ। ਜੈਸਾ ਬਾਲਕ ਭਾਏ ਸੋ ਭਾਏ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਾਹੜ ਪਿਤਾ ਗਲ ਲਾਵੇ। ਇਹ ਵੀ ਸਾਨੂੰ ਆਪਣੇ ਪਾਸ ਬੁਲਾ ਕਰਕੇ ਸਾਨੂੰ ਸਿੱਖਿਆ ਦਿੰਦਾ, ਭਾਈ ਸਮਝ ਜਾ, ਆ ਤੈਨੂੰ ਮਨੁੱਖਾ ਜਨਮ ਮਿਲਿਆ, ਇਹਦੇ ਨਾਲ ਤੂੰ ਉਸ ਨਿਰੰਕਾਰ ਦੀ ਜਿਹੜੀ ਹੈ ਵਡਿਆਈ ਹੈ, ਉਹਦੇ ਗੁਣਾਂ ਨੂੰ ਕਾਉਣਾ ਕਰ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ। ਉਹ ਸਾਡੇ ਜਿਹੜੇ ਪਿਛਲੇ ਔਗੁਣਾਂ ਨੂੰ ਦੂਰ ਕਰ ਦਿੰਦਾ, ਨਵੀਂ ਸਾਨੂੰ ਸੁਮਤ ਦੇ ਕਰਕੇ ਆਪਣੇ ਰੰਗ ਦੇ ਵਿੱਚ ਰੰਗਣ ਵਾਲਾ। ਨਹੀਂ ਤਾਂ ਸਭ ਤੋਂ ਵੱਡੀ ਬਾਤ ਇੱਕ ਜਿਹੜੀ ਹੈ ਉਹ ਸਮਝਾਉਂਦੇ ਨੇ, ਮੂਰਖ ਪੰਡਤ ਹਿਕਮਤ ਹੁਜਤ ਸਾਂਝਾ ਕਰਹਿ ਪਿਆਰ, ਧਰਮੀ ਧਰਮ ਕਰਹਿ ਗਵਾਵਹਿ ਮੰਗਹਿ ਮੋਖ ਦੁਆਰ। ਕਾਰਨ ਅਸੀਂ ਜੇ ਪੰਡਤ ਦੀ ਬਾਤ ਕਰੀਏ, ਬਹੁਤੇ ਗਿਆਨੀ ਦੀ ਬਾਤ ਕਰੀਏ, ਕੋਈ ਨਾ ਕੋਈ ਲਾਲਚ ਲੋਭ ਹੁੰਦਾ ਉਹਦੇ ਪਿੱਛੇ, ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਲਾਲਚ ਲੱਗਿਆ ਹੁੰਦਾ। ਹੁਣ ਜਿਹੜਾ ਧਰਮੀ ਹੈ ਕਹਿੰਦਾ ਮੈਂ ਧਰਮੀ ਆ, ਮੈਂ ਜੀ ਸਿੱਖ ਹਾਂ, ਅਤੇ ਸਾਡੇ ਬਹੁਤੇ ਸਿੱਖ ਡੇਰਿਆਂ 'ਤੇ ਫਿਰਦੇ ਆ। ਕੀ ਦੱਸਦੇ ਨੇ ਮਹਾਰਾਜ? ਧਰਮੀ ਧਰਮ ਕਰਹਿ ਗਵਾਵਹਿ ਮੰਗਹਿ ਮੋਖ ਦੁਆਰ। ਅਸੀਂ ਭਾਵੇਂ ਭਜਨ ਬੰਦਗੀ ਕਰੀ ਜਾਂਦੇ ਹਾਂ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਸੀਂ ਅੰਮ੍ਰਿਤ ਛਕ ਕੇ ਫਿਰਦੇ ਸੀ ਕਿੱਥੇ ਆ? ਕਿਉਂਕਿ ਸਾਨੂੰ ਮੱਤ ਹੀ ਨਹੀਂ ਆਈ। ਇਹ ਸਭ ਤੋਂ ਵੱਡੀ ਸਾਡੀ ਕਮੀ ਹੈ। ਸਾਡੇ ਘਰੋਂ ਅੱਜ ਬਹੁਤੇ ਆ, 100 ਘਰ ਦੇ ਵਿੱਚ ਅਸੀਂ ਗੱਲ ਕਰੀਏ, 100 ਦੇ ਵਿੱਚੋਂ ਹੋ ਸਕਦਾ ਕੋਈ 15 ਕੋ 10 ਘਰ ਹੋਣ ਜਿਨ੍ਹਾਂ ਦੇ ਘਰੇ ਗੁਟਕਾ ਸਾਹਿਬ ਹੋਣ, ਪੋਥੀਆਂ ਹੋਣ, ਬਾਣੀ ਪੜ੍ਹਦੇ ਹੋਣ, ਅਤੇ ਬਹੁਤਿਆਂ ਦੇ ਘਰੇ ਹੈ ਨਹੀਂ। ਸਾਡੇ ਤੋਂ ਸੰਭਾਲਿਆ ਨਹੀਂ ਜੀ ਜਾਂਦਾ, ਕੋਈ ਬੇਅਦਬੀ ਨਾ ਕਰਦੇ। ਸਾਡੇ ਦਾਰੂ ਪੀ ਕੇ ਆਉਂਦਾ, ਕੋਈ ਤਾਂ ਭਾਈ ਪੜ੍ਹਨ ਵਾਲਾ ਹੋਊ। ਸਾਡੇ ਘਰੇ ਕੋਈ ਤਾਂ ਹੈ ਜਿਹੜਾ ਪੜ੍ਹ ਕੇ ਦੂਜਿਆਂ ਨੂੰ ਸੁਣਾਵੇ, ਜਦੋਂ ਦਾਰੂ ਪੀ ਕੇ ਆਵੇ ਸਾਹਮਣੇ ਪੜ੍ਹਨ ਬਹਿ ਜੇ, ਕਦੇ ਤਾਂ ਸ਼ਰਮ ਮੰਨੂ। ਇਹ ਕਾਰਨ ਹੈ ਅੱਜ ਅਸੀਂ ਇਸ ਕੰਮ ਤੋਂ ਖੁੰਝ ਗਏ ਹਾਂ, ਸਾਨੂੰ ਦੁਨਿਆਵੀ ਰੰਗ ਚੰਗੇ ਲੱਗਦੇ ਆ। ਤੇ ਕਬੀਰ ਜੀ ਲਿਖਦੇ ਨੇ, ਕਬੀਰ ਤਾਸੋ ਪ੍ਰੀਤ ਕਰ, ਜੋ ਕੋ ਠਾਕੁਰ ਰਾਮ ਪੰਡਤ ਰਾਜੇ ਭੂਪਤੀ ਆਵੈ ਕੌਨੇ ਕਾਮਾ। ਤੇਰੇ ਦੁਨਿਆਵੀ ਕਰਮ ਵੱਡੇ ਵੱਡੇ ਜਿਹੜੇ ਤੂੰ ਕਮਾਈਆਂ ਦੇ ਰੰਗ ਦੱਸਦਾ ਨਾ, ਵੀ ਮੈਂ ਆਹ ਕਮਾਈ ਕਰਦਾ ਜੀ, ਮੇਰੇ ਕੋਲੇ ਬਹੁਤੀ ਧਨ ਹੈ, ਮੇਰੇ ਕੋਲੇ ਆ ਮੈਂ ਵੱਡੇ ਕਰਮ ਕਰ ਰਿਹਾ, ਇਹ ਤੇਰੇ ਕਿਸੇ ਕੰਮ ਨਹੀਂ ਆਉਂਦੇ। ਉਹ ਦੀਨ ਦੁਨੀਆ ਦਾ ਮਾਲਕ, ਸਭ ਨੂੰ ਪ੍ਰੇਮ ਕਰਨ ਵਾਲਾ, ਨਿਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ। ਤੂੰ ਗੁਰੂ ਦਾ ਉਪਦੇਸ਼ ਕਮਾਉਣ ਵਾਲਾ ਬਣ ਜਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੇ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਔਰ ਇਸ ਸੰਗਤ ਦੇ ਨਾਲ ਮਿਲ ਕੇ ਤੂੰ ਉਸ ਨਿਰੰਕਾਰ ਦੇ ਗੁਣਾਂ ਨੂੰ ਗਾ। ਤੇਰਾ ਕੰਮ ਜਿਹੜਾ ਇੱਕੋ ਹੀ, ਉਹ ਕਰਮ ਜਿਹੜਾ ਹੈ ਉਹ ਕਮਾ। ਅਸੀਂ ਕਹਿੰਦੇ ਹਾਂ ਜੀ ਸਾਡੇ ਕੋਲੇ ਟਾਈਮ ਨਹੀਂ, ਸਾਡੇ ਕੋਲੇ ਧਨ ਦੌਲਤ ਨਹੀਂ, ਸਾਨੂੰ ਬਹੁਤੀ ਚਿੰਤਾ ਰਹਿੰਦੀ ਹੈ। ਅਤੇ ਸਤਿਗੁਰੂ ਚਿੰਤਾ ਦਾ ਵੀ ਉਪਚਾਰ ਦਿੰਦੇ ਆ ਬਾਣੀ ਦੇ ਸਦਕਾ। ਔਰ ਧਨ ਦੌਲਤ ਕਹਿੰਦੇ ਨਾ, ਸਾਡੇ ਕੋਲੇ ਧਨ ਦੌਲਤ ਨਹੀਂ, ਅਸੀਂ ਬੜੇ ਗਰੀਬ ਹਾਂ ਜੀ, ਅਸੀਂ ਦਾਨ ਪੁੰਨ ਨਹੀਂ ਕਰ ਸਕਦੇ, ਜਾਂ ਕਹੀਏ ਸਾਡੇ ਤਾਂ ਜੀ 2 ਟਾਈਮ ਦਾ ਪ੍ਰਸ਼ਾਦਾ ਪੱਕਣਾ ਔਖਾ ਹੈ, ਅਤੇ ਸਤਿਗੁਰੂ ਗਰੀਬੀ ਦੇ ਵਿੱਚੋਂ ਵੀ ਕੱਢਦੇ ਹੈ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ। ਜਦੋਂ ਕੋਈ ਸਹਾਰਾ ਵੀ ਨਹੀਂ ਦਿੰਦਾ, ਪੱਲੇ ਵੀ ਕਿਸੇ ਪਾਸੋਂ ਕੁਝ ਨਹੀਂ ਪੈਂਦਾ, ਕੋਈ ਕੰਮਕਾਰ ਨਹੀਂ ਮਿਲਦਾ ਹੈ ਨਾ, ਸਵਾਰਥ ਸੁਆਓ ਨਾ ਕਰ ਕੋ ਕਰੈ, ਨਾ ਕਿਛ ਹੋਵੇ ਕਾਜ, ਤੇ ਕੰਮਕਾਰ ਵੀ ਕੋਈ ਨਹੀਂ। ਅਤੇ ਉਸ ਸਮੇਂ ਜੇ ਤੇਰਾ ਪ੍ਰੇਮ ਨਿਰੰਕਾਰ ਨਾਲ ਹੈ ਨਾ, ਉਹ ਤੇਰਾ ਹੱਲ ਆਪੇ ਕਰੇਗਾ।
चित आवै उस पार ब्रह्म धन हिचल होवै राज। ऐसी खेड़ दसदे आ सतगुरु आप जी। आ शब्द जिहड़ा है ना पढ़िया इनू गाया करो तो साढ़े घरे जिहड़ी है गरीबी दूर हो जानी है। सतगुरु दसदे ने क्योंकि सिक्ख्या लैनी है। असीं कली बाणी पढ़नी नहीं भी बाणी पढ़िया जी साढ़े घरों दूर हो जाना, नहीं। असीं इस शब्द दे विच इस उपदेश दे विचों सिक्ख्या लैनी है। पढ़िया ना जे उस निरंकार दे दर दी असीं खेड़ जाणीए, असीं कहीए साढ़े घरे जी दुख बहुत ने ते सतगुरु जी उहदे बाबत भी समझाउंदे ने। जाको चिंता बहुत बहुत जेही व्यापै रोग, गृहस्थ कुटुंब पलेटिया कदे हारख कदे सोग। कदे साढ़े घरे दुख है असीं कलेश पा लैंदे आ, कदे बाहरले नाल लड़दे आ, कदे सरीरक औकड़ां ने। जे सरीरक औकड़ा है ना तो मेरा वैद गुरु गोबिंदा हर हर औकड़ मुख लाभै काटै जम का फंदा। तो इतों तक है जमा का दुख भी कट दिंदा, रोग का की गलबात है। और सतगुरु जी समझाते हैं भाई गौण करे चाहो कुंटका घड़ी ना बैसन सोए। भावें जिन्हें मर्जी पूजा पाठ करता फिरे, किसी होर दूजिਆਂ ਨੂੰ पूजदा फिरे, ਉਹਨਾਂ ਚਿਰ ਤਾਂ ਔਖਾ ही है। पर जदों चित आवै उस पार ब्रह्म तन मन शीतल होए, जदों दीन दुनिया का मालक चेते आ गया ना तो आ सब दुख जिहड़े आ तकलीफां ने दूर हो जाणियां ने। और सारग राग अंदर धन श्री गुरु नानक देव साहब महाराज जी भी समझाउणा करदे ने। हर बिन क्यों रही है दुख व्यापै। जिहड़े उस परमात्मा तो बिना ने ना उन्हां नूं दुख व्यापदा है। जिहवा साध न फीकी रस बिन प्रभ काल संतापै। परमात्मा तो बिना सानू मौत का भी जिहड़ा डर है, घाटे साडे कारोबारां दे, साडे सरीरक औख, सानू सब कासे का दुख रहिंदा है। ते जदों उस परमात्मा नूं असीं चेते करदे हां, जब लग दर्शन परसै प्रीतम तब लग भूख प्यासी। आ सानू तड़फ हो जाए जिवें मच्छी पानी बिना तड़फदी है, ते असीं उस परमात्मा दे बिना व्याकुल हो जाइए। दर्शन देखत ही मन मानिया जाल रस कमल विगासी। जिमें पानी दे विच कमल खिड़ जाता ना, असीं उस निरंकार दा प्रेम पा करके आ साडे मनुखा जन्म का जिहड़ा उधार होना है, असीं ये उहदे कोलों करवाउणा करिए। असीं अनेकां कर्म कमाउण वाले हाँ, लूण हरामी गुनाहगार बेगाना अल्प मत। जियो पिंड जिन सुख दिए ताहे न जानत तत। असीं बड़े कह लईए अपने आप को भी असी परमात्मा तो खुंझ रहे हैं, अपने आप को दूर कर रहे हैं। कर्म साडा इदां दा है, किरत कर्म के बिछड़े। जिद्दां असीं किरत करते हैं, असीं किरत करके लूण हरामी असीं खा के भुल गए हैं। जिहड़ा सानू दे रहा असीं कहने मैं कमाया भी भाई, जे तेरे श्वास ना चलदे तू कितों मंजे तो उठ जांदा। ਉਹਦਾ ਇੱਕੋ ਹੀ ਕੰਮ है, जे उन्हें तेरे श्वास बंद करते ना तेरा शरीर कम है ना तेरी धन दौलत कम है। नांगे पाँव ही गए जिनके लाख करोड़। ਇੱਥੋਂ जिन्ने भी ने कोई कुछ नाल नहीं लैके गया, सब ਦਾ ਇੱਥੇ ਰਹਿ ਜਾਣਾ। ठीक है सानू रहन बसर साढ़े परिवार ਨੂੰ पालन वास्ते लोड़ है, ਅਸੀਂ ਵਰਤ ਰਹੇ ਹਾਂ, पर ਉਹਦੇ ਨਾਲ ਅਸੀਂ परमात्मा ਨੂੰ ਚੇਤੇ ਰੱਖੀਏ ਜਿਹੜਾ ਸਾਨੂੰ ਦੇ ਰਿਹਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਅਸੀਂ परमात्मा ਨੂੰ ਭੁਲਾ ਰਹੇ ਹਾਂ। ਅਸੀਂ ਦਾਤਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਵੀ ਆ ਮਿਲ ਗਿਆ ਸਭ ਕੁਝ। ਇੱਕ ਨਾ ਬਾਤ ਅਸੀਂ ਜਾਣੀਏ भी असी इस कायनात दे विच पैदा होए हां उस निरंकार दे नाल प्रीत करन वास्ते। उन्हें बहुत सोहना सानू बनाया साजिया कि ये मेरे बड़े प्रेम वाले ने। जिस तरह एक सुहागण औरत अपने पति दे नाल प्रेम करदी है, इस तरह असी उस परमात्मा दे नाल प्रेम करिए। पर इत्थे की है, असी अनेकां तरह के कर्म कमा रहे हैं। पढ़ते हैं जदों आनंद कारज होंदे है ना, तुसीं सोचोगे भी किदां दा विशा लैके के बैठ गए, पर नहीं, एक सानू सिक्ख्या मिलनी है। तो उस्तत निंदा नानक जी मैं हब बजाई छोड़िया हाँ हब किज त्यागी। मैं जिहड़ा कुछ है सारा कुछ त्यागता है। मैं आपदे जीवन दे बहुत कुछ छड्ड के आ गए, माँ बाप त्याग के आ गई तेरे घरे, आपदा जिहड़े खेडदी सीगी पढ़दी सी सब कुछ छड्ड के आ गई। ते असी आ माया जिहड़ी है ना, माया काम क्रोध लोह मोह अहंकार सानू रोग चिंबड़िया सी, इन्हां नूं छड्डना। पंक्तियां उही ने पर अर्थ दा फर्क पै गया इत्थे।
ਅਸੀਂ ਸਰੀਰ ਅੰਦਰੋਂ ਸਾਡੇ ਦੁੱਖ ਦੂਰ ਕਰਨੇ ਆ। ਦੂਜੀ ਗੱਲ, ਹਾਵੇ ਸਾਖ ਕੁੜਾਵੇ ਡਿਟੇ ਤੋ ਪੱਲੇ ਤੁਹਾਡੇ ਲਾਗੀ। ਇੱਥੇ ਬਾਤ ਇੱਕ ਕੀ ਕਹੀ ਹੈ ਕਿ ਜਿੰਨੇ ਮੈਨੂੰ ਆ ਤੰਗ ਕਰਨ ਵਾਲੇ ਸੀ, ਮੈਨੂੰ ਆਪਦੇ ਸ਼ਰੀਕਾਂ ਤੋਂ, ਆਪਦੇ ਚਾਚੇ ਤਾਇਆਂ ਤੋਂ, ਬਹੁਤਿਆਂ ਤੋਂ ਦੁੱਖ ਸੀਗਾ, ਅਤੇ ਅਸੀਂ ਕਹਿੰਦੇ ਹਾਂ ਨਾ ਵੀ ਸਾਡੀ ਉਹਦੇ ਨਾਲ ਬਣਦੀ ਨਹੀਂ, ਅਤੇ ਅਸੀਂ ਇੱਥੇ ਔਖੇ ਹੋ ਜਾਂਦੇ ਹਾਂ। ਕਬੀਰ ਜੀ ਵੀ ਲਿਖਦੇ ਆ ਨਾ, ਕਬੀਰ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਪਰ ਇੱਥੇ ਇੱਕ ਬਾਤ ਜਾਣੀਏ, ਇਹਦੇ ਵਿੱਚ ਹਾਵੇ ਸਾਖ, ਸਾਖ ਕਿਹੜੇ ਹੈ? ਆ ਜਿਹੜੇ ਅਸੀਂ ਪਾਲ ਰੱਖੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਕੁੜਾਵੇ, ਇਹ ਸਾਨੂੰ ਔਖੇ ਜਿਹੜੇ ਲੱਗਦੇ ਆ ਨਾ, ਇਹਨਾਂ ਨੂੰ ਛੱਡਣਾ, ਇਹ ਤਿਆਗਣੇ ਅਸੀਂ, ਨਾ ਕਿ ਜਿਹੜੇ ਆਪਦੇ ਸਾਡੇ ਸਕੇ ਸੰਬੰਧੀ ਹੈ ਅਸੀਂ ਉਹਨਾਂ ਨੂੰ ਤਿਆਗਣਾ। ਉਸ ਨਿਰੰਕਾਰ ਦੀ ਖਿੜ ਜਾਣੀਏ, ਤੈਡੀ ਬੰਦਿਸ਼ ਮੈਂ ਕੋਇ ਨਾ ਡਟਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਬਚਾਣਾ। ਇੱਥੇ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਕੰਤ ਜਾਣੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਵਿਚੋਲਾ ਜਾਣੀਏ, ਉਸ ਨਿਰੰਕਾਰ ਦੇ ਨਾਲ ਮਿਲਾਉਣ ਵਾਲਾ, ਉਸ ਪਰਮਾਤਮਾ ਦੇ ਨਾਲ ਸਾਨੂੰ ਮਿਲਾਉਣ ਵਾਲਾ। ਅਸੀਂ ਸਤਿਗੁਰਾਂ ਦੀ ਸਤ ਸੰਗਤ ਕਰੀਏ ਸਦਾ ਆਪਣੇ ਇਸ ਮਨੁੱਖਾ ਜੀਵਨ ਅੰਦਰ। ਭਾਵੇਂ ਅਸੀਂ ਮਾਇਆ ਧਾਰੀ ਹਾਂ, ਉਸ ਦੀ ਦਿੱਤੀ ਹੋਈ ਮਾਇਆ, ਉਸ ਨਿਰੰਕਾਰ ਦੀ ਖੇਡ ਨੂੰ ਅਸੀਂ ਪਛਾਣੀਏ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾ ਪਾਤਸ਼ਾਹ ਨਹਿ ਚਲ ਚੌਰ ਛਤ। ਉਸ ਪਰਮਾਤਮਾ ਨੂੰ ਜਿਹੜਾ ਸਭ ਤੋਂ ਵੱਡਾ ਹੈ। ਪੜ੍ਹਦੇ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਸ ਨਿਰੰਕਾਰ ਦੀ ਇੱਕ ਖੇਡ ਨੂੰ ਜਾਣੀਏ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾ ਪਾਤਸ਼ਾਹ ਨਹਿ ਚਲ ਚੌਰ ਛਤ। ਜਿਹੜਾ ਸਭ ਤੋਂ ਵੱਡਾ ਹੈ, ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਓ, ਜੈ ਭਾਵੈ ਪਾਰ ਬ੍ਰਹਮ ਨਿਤਾਵੈ ਮਿਲੈ ਥਾਓ। ਜਿਨ੍ਹਾਂ ਦੇ ਸਿਰ ਦੇ ਉੱਤੇ ਕੋਈ ਨਹੀਂ, ਜਿਨ੍ਹਾਂ ਨੂੰ ਯਤੀਮ ਕਹਿ ਲਈਏ, ਜਿਨ੍ਹਾਂ ਕੋਲੇ ਘਰ ਬਾਰ ਨਹੀਂ, ਸਭ ਕੁਝ ਉਹ ਦੇਣ ਵਾਲਾ, ਸਭ ਨੂੰ ਰਿਜ਼ਕ ਦੇਣ ਵਾਲਾ, ਸਭ ਕੁਝ, ਤੇ ਅਸੀਂ ਉਹਦੇ ਦਰ ਦੀ ਚਾਕਰੀ ਕਰੀਏ। ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਾਹ ਮਲ। ਉਹ ਜਿਹੜੇ ਹੈ ਨਾ, ਉਹਨਾਂ ਨੂੰ ਉੱਥੇ ਦਰਗਾਹ ਦੇ ਵਿੱਚ ਵੀ ਉਹ ਵਡਿਆਈ ਦਿੰਦਾ, ਇਸ ਮਾਤ ਲੋਕ ਦੇ ਵਿੱਚ ਵੀ ਵਡਿਆਈ ਵਾਲਾ ਬਣਾ ਦਿੰਦਾ। ਜਿੱਦਾਂ ਦੇ ਕੋਈ ਕਰਮ ਕਰਦਾ, ਆਪਾਂ ਚੱਲੇ ਆ ਨਾ, ਕਰਮੀ ਆਪੋ ਆਪਣੀ ਜਿੱਦਾਂ ਦੇ ਕਰਮ। ਜੇ ਕੋਈ ਮਾੜਾ ਕਰਮ ਕਰਦਾ ਤਾਂ ਉਹਨੂੰ ਮਾੜਾ ਕਵਾਂਗੇ, ਜੇ ਕੋਈ ਸਤ ਸੰਗਤ ਕਰਦਾ ਉਹਨੂੰ ਸਤ ਸੰਗਤੀ ਕਵਾਂਗੇ, ਸਿੱਖ ਕਵਾਂਗੇ, ਗੁਰੂ ਦੇ ਪ੍ਰੇਮ ਵਾਲਾ ਕਵਾਂਗੇ। ਭਾਵ ਕਿ ਜਿੱਦਾਂ ਦਾ ਜਿਹੜੇ ਵੀ ਧਰਮ ਦਾ ਉਹ ਧਰਮ ਕਮਾਉਂਦਾ ਉਹਨੂੰ ਧਰਮੀ ਕਹਾਂਗੇ। ਸਹੀ ਤੇਰਾ ਫੁਰਮਾਨ ਕਹਿਣਾ ਨਾ ਫੇਰੀਐ, ਕਾਰਨ ਕਰੀਮ ਕੁਦਰਤ ਤੇਰੀ ਆ। ਸਭ ਕੁਝ ਤੇਰਾ ਬਣਾਇਆ, ਤੇਰਾ ਦਿੱਤਾ ਹੈ। ਉਸ ਨਿਰੰਕਾਰ ਨੂੰ ਸਦਾ ਚੇਤੇ ਰੱਖੀਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਮਾਤਾ ਸੁਰਜੀਤ ਕੌਰ ਜਿਹੜੇ ਸਦੀਵੀ ਵਿਛੋੜਾ ਦੇ ਗਏ ਨੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨ। ਰਿਸ਼ਤੇਦਾਰ ਮਿੱਤਰ ਪਿਆਰੇ ਜਿੱਦਾਂ ਉਹਨਾਂ ਦੇ ਹੁੰਦਿਆਂ ਵੀ ਪ੍ਰੇਮ ਕਰਦੇ ਸੀ, ਉੱਦਾਂ ਨਗਰ ਦੇ ਵਿੱਚੋਂ ਰਿਸ਼ਤੇਦਾਰ ਸਭ ਜਿਹੜੇ ਹੈ ਪਰਿਵਾਰ ਦੇ ਨਾਲ ਪ੍ਰੇਮ ਕਰੋ, ਮਿਲ ਵਰਤ ਕੇ ਰਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਪਾਤਸ਼ਾਹ ਮਾਫੀ ਬਖਸ਼ਿਸ਼ ਕਰਨ। ਜੇ ਗੁਰੂ ਕੀ ਸਰਣੀ ਫਿਰ ਹੋ ਆਵੈ, ਤਾਂ ਪਿਛਲੇ ਔਗਣ ਬਖਸ਼ ਲਿਆ। ਜਨ ਨਾਨਕ ਆਂਦੇ ਨਾਮ ਧਿਆਇਆ, ਹਰ ਸਿਮਰਤ ਕਿਲਵਿਕ ਪਾਪ ਗਿਆ। ਤੇ ਸਾਡੇ ਸਭ ਦੇ ਜੀਵਨ ਅੰਦਰੋਂ ਦੁੱਖ ਜਿਹੜੇ ਹੈ, ਕਲੇਸ਼ ਨੇ ਕਿ ਬਹੁਤ ਕੁਝ ਇਸ ਜੀਵਨ ਅੰਦਰ ਮਾਇਆ ਦੀ ਖੇਡ ਹੈ, ਸਭ ਜੀਵਨਾਂ ਦੇ ਅੰਦਰੋਂ ਸਤਿਗੁਰੂ ਪਾਤਸ਼ਾਹ ਦੂਰ ਕਰਨ। ਸਭ ਨੂੰ ਸੁਮਤ ਦੇ ਕਰਕੇ ਆਪਣੀ ਚਰਨ ਸ਼ਰਨ ਦਾ ਪ੍ਰੇਮ ਬਖਸ਼ਣ, ਤਾਂ ਜੋ ਉਸ ਨਿਰੰਕਾਰ ਦੇ ਨਾਲ, ਉਹ ਦੀਨ ਦੁਨੀਆ ਦੇ ਮਾਲਕ ਦੇ ਨਾਲ ਸਾਡਾ ਪ੍ਰੇਮ ਬਣੇ। ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਸਾਨੂੰ ਇਹ ਸਮਝ ਆ ਜੇ ਕਿ ਪਰਮਾਤਮਾ ਤੋਂ ਬਿਨਾਂ ਸਾਡਾ ਸਹਾਰਾ ਕੋਈ ਨਹੀਂ। ਆਹ ਦੁਨਿਆਵੀ ਅਸੀਂ ਸਹਾਰੇ ਲੈਂਦੇ ਹਾਂ, ਆਹ ਦੁਨਿਆਵੀ ਸਹਾਰੇ ਸਾਡੇ ਬਹੁਤੇ ਕੰਮ ਨਹੀਂ ਆਉਂਦੇ। ਔਰ ਉਸ ਦੀਨ ਦੁਨੀਆ ਦੇ ਮਾਲਕ ਦੇ ਪ੍ਰੇਮ ਦੀ ਜਿਹੜੀ ਖੇਡ ਹੈ ਨਾ, ਲਿਖਿਆ ਕਥਾ ਨਾ ਛੂਟੀ ਹੈ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਉਸ ਨਾਨਕ ਤੋਂ ਬਿਨਾਂ, ਉਸ ਨਿਰੰਕਾਰ ਤੋਂ ਬਿਨਾਂ ਸਾਨੂੰ ਕਿਸੇ ਨੇ ਪਾਰ ਨਹੀਂ ਕਰਨਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਸਭ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ।